हम ना सकत कर सिफत तुम्हारी, आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਔਰੰਗ ਨੇ ਹਤੇ ਪਿਤਾ ਔਰ ਭਰਾਤ, ਤੁਸ਼ਟ ਪਾਪ ਕਰਮਾ ਮਹਾ ਬਹੁ ਲੋਕਨ ਦੁਖ ਦਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨ ਕੇ ਭਾਗ ਬੜੇ हैं ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਆਪ ਜੀ ਅਤਿਅੰਤ ਵਡਭਾਗੇ ਹੋ। ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸੋਦਾ ਰਹਿ ਰਾਜ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਤਿਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ। ਸਤਿਗੁਰਾਂ ਦਾ ਜੋ ਇਤਿਹਾਸ ਲੜੀਵਾਰ ਸੰਧਿਆ ਦੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਹਰਿਰਾਏ ਸਾਹਿਬ ਦੇ ਸਮੇਂ ਔਰੰਗਜ਼ੇਬ ਹਿੰਦੁਸਤਾਨ ਦਾ ਮਾਲਕ ਬਣਿਆ ਸੀ। ਸੰਨ 1658 ਦੇ ਲਗਭਗ ਉਸਨੇ ਪੂਰੇ ਹਿੰਦੁਸਤਾਨ 'ਤੇ ਆਪਣਾ ਅਧਿਪਤ ਜਮਾ ਲਿਆ ਅਤੇ ਬਾਕੀ ਆਪਣੇ ਵਿਰੋਧੀਆਂ ਨੂੰ ਕੁਚਲ ਸੁੱਟਿਆ। ਦਾਰਾ ਸ਼ਿਕੋਹ ਨੂੰ ਸ਼ਹੀਦ ਕੀਤਾ। ਮੁਰਾਦ ਬਖਸ਼, ਸ਼ੁਜਾ ਮੁਹੰਮਦ, ਆਪਣੇ ਤਿੰਨੇ ਹੀ ਭਰਾ ਖਤਮ ਕੀਤੇ। ਆਪਣੇ ਪਿਓ ਨੂੰ ਵੀ ਕੈਦ ਵਿੱਚ ਰੱਖ ਕੇ ਮਾਰਿਆ। ਇਹ ਸਾਰੀ ਕਥਾ ਆਪਾਂ ਸੁਣ ਚੁੱਕੇ ਹਾਂ। ਔਰੰਗਜ਼ੇਬ ਨੇ ਹੋਰ ਲੋਕਾਂ ਉੱਤੇ ਵੀ ਬੜੇ ਜ਼ੁਲਮ ਕੀਤੇ। ਉਹ ਜੋ ਉਹਨੇ ਵਧੀਕੀਆਂ ਕੀਤੀਆਂ, ਜੋ ਉਹਨੇ ਸਖਤ ਕਾਨੂੰਨ ਬਣਾਇਆ ਔਰ ਉਸ ਸਖਤ ਕਾਨੂੰਨ ਦੇ ਨਾਲ ਲੋਕਾਂ ਨੂੰ ਸ਼ਰ੍ਹਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਉਹ ਸਾਰੀ ਕਥਾ ਬੜੇ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਪ੍ਰਕਾਰ ਔਰੰਗ ਨੇ, ਇਸ ਪ੍ਰਕਾਰ ਔਰੰਗਜ਼ੇਬ ਪਾਪੀ ਨੇ ਹਤੇ ਪਿਤਾ ਔਰ ਭਰਾਤ, ਆਪਣੇ ਭਰਾ ਤੇ ਆਪਣੇ ਪਿਤਾ ਵੀ ਮਾਰ ਦਿੱਤਾ। ਦੁਸ਼ਟ ਪਾਪ ਕਰਮਾ ਮਹਾ, ਦੁਸ਼ਟ ਪਾਪੀ ਸੀਗਾ ਬਹੁਤ ਵੱਡਾ। ਬਹੁ ਲੋਕਨ ਦੁਖ ਦਾਤ, ਲੋਕਾਂ ਨੂੰ ਬੜੇ ਦੁੱਖ ਦਿੱਤੇ ਉਸਨੇ। ਚੌਪਈ ਸ਼ਰਾਬੀ ਚ ਸਭ ਜਗਤ ਚਲਾਵਹ, ਉਹ ਇਹ ਚਾਹੁੰਦਾ ਸੀ ਵੀ ਮੈਂ ਸਾਰੀ ਦੁਨੀਆ ਨੂੰ ਸ਼ਰ੍ਹਾ ਦੇ ਵਿੱਚ ਲਾਵਾਂਗਾ। ਸਾਰੇ ਮੇਰੇ ਮੁਤਾਬਕ ਜਿਵੇਂ ਮੈਂ ਚਾਹੁੰਦਾ ਵੀ ਇਸਲਾਮ ਦੇ ਵਿੱਚ ਚੱਲਣ, ਇਸਲਾਮ ਦੀ ਮਰਿਆਦਾ ਦੇ ਪਾਬੰਦ ਰਹਿਣ, ਸਾਰਿਆਂ ਨੂੰ ਇਸੇ ਤਰ੍ਹਾਂ ਚਲਾਉਣਾ ਚਾਹੁੰਦਾ ਸੀ। ਜੋ ਨਹਿ ਮਾਨੈ ਤਿਸੈ ਮਰਾਵਹ, ਕਹਿੰਦਾ ਜਿਹੜਾ ਨਾ ਮੰਨੇ ਉਹਨੂੰ ਮਰਵਾ ਦਿਆਂਗਾ। ਇਹ ਇਰਾਦਾ ਕਰਕੇ ਤਖਤ 'ਤੇ ਬੈਠਾ ਸੀ। ਕਾਜ਼ੀਆਂ ਮੁਲਾਣਿਆਂ ਨੇ ਇਹ ਕਿਹਾ ਸੀ ਵੀ ਜੇ ਤੂੰ ਇਸਲਾਮ ਦਾ ਪ੍ਰਚਾਰ ਕਰੇਗਾ, ਪੱਕੇ ਮੁਸਲਮਾਨ ਬਣਾਏਗਾ, ਅਸੀਂ ਤੇਰੀ ਮਦਦ ਕਰਾਂਗੇ, ਤੈਨੂੰ ਤਖਤ ਦਵਾਵਾਂਗੇ, ਪਰ ਤੂੰ ਮੁੱਕਰ ਨਾ ਜਾਵੀਂ। ਇਹ ਕਹਿੰਦਾ ਠੀਕ ਹੈ, ਮੈਂ ਸਾਰਿਆਂ ਨੂੰ, ਸਾਰੇ ਹਿੰਦੁਸਤਾਨ ਨੂੰ ਹੀ ਮੁਸਲਮਾਨ ਬਣਾ ਦਿਆਂਗਾ। ਅਸ ਸੰਕਲਪ ਕੀਨ ਦ੍ਰਿੜ ਮਨ ਮੈਂ, ਇਸ ਤਰ੍ਹਾਂ ਦਾ ਸੰਕਲਪ ਔਰੰਗਜ਼ੇਬ ਨੇ ਆਪਣੇ ਮਨ 'ਚ ਕਰ ਲਿਆ। ਅਤ ਬਾਦੀ ਤੁਰਕਨ ਕੇ ਗਨ ਮੈਂ, ਤੁਰਕਾਂ ਦੇ ਵਿੱਚ ਔਰੰਗਜ਼ੇਬ ਸਭ ਤੋਂ ਜ਼ਾਲਮ ਬਾਦਸ਼ਾਹ ਹੋਇਆ, ਬਾਦੀ ਬਾਦਸ਼ਾਹ ਹੋਇਆ। ਹੋਰ ਵੀ ਬੜੇ ਜ਼ਾਲਮ ਬਾਦਸ਼ਾਹ ਹੋਏ ਨੇ, ਪਰ ਮੁਗਲ ਖਾਨਦਾਨ ਵਿੱਚ ਜਿੰਨਾ ਜ਼ਾਲਮ ਔਰੰਗਜ਼ੇਬ ਹੋਇਆ, ਇੰਨਾ ਸ਼ਾਇਦ ਹੋਰ ਕੋਈ ਨਾ ਹੋਇਆ ਹੋਵੇ। ਹਠ ਕਰਤਾ ਜਿਦ ਮੇ ਜੋ ਮਹਾਨੇ, ਇਹ ਬੜਾ ਹੀ ਹਾਠੀ ਸੀ, ਜਿੱਦੀ ਸੀਗਾ। ਜਿਹੜੀ ਗੱਲ ਦੇ ਮਗਰ ਪੈਂਦਾ ਸੀ ਉਹਨੂੰ ਮਨਾ ਕੇ ਛੱਡਦਾ ਸੀ। ਇਹ ਕਹਿੰਦਾ ਸੀ ਜਾਂ ਤਾਂ ਮੇਰੀ ਈਨ ਮੰਨੋ ਅਤੇ ਜਾਂ ਕਤਲ ਕਰ ਦਿੱਤੇ ਜਾਓ। ਇਸ ਤਰ੍ਹਾਂ ਦਾ ਫੈਸਲਾ ਰੱਖਦਾ ਸੀ। ਕਿਸੇ ਵੀ ਬੰਦੇ ਦੇ ਨਾਲ ਸੁਹਿਰਦਤਾ, ਪ੍ਰੇਮ, ਭਾਈਚਾਰਾ ਨਹੀਂ ਸੀ ਵਰਤਿਆ ਕਰਦਾ। ਜਿਨਹੁ ਮਾਇਨੇ ਅਰਬੀ ਜਾਣੇ, ਜਿਹੜੇ ਅਰਬੀ ਦੇ, ਫਾਰਸੀ ਦੇ ਵਿਦਵਾਨ ਸਨ ਮੁਲਾਣੇ, ਉਹਨਾਂ ਕੱਟੜਪੰਥੀ ਬੰਦਿਆਂ ਨੂੰ ਆਪਣੇ ਕੋਲ ਰੱਖਦਾ ਸੀ। ਬੀਚ ਪਾਰਸੀ ਨਿਪੁੰਨ ਸੋ ਜਾਣੇ, ਜਿਹੜੇ ਫਾਰਸੀ ਭਾਸ਼ਾ ਵਿੱਚ ਬੜੇ ਨਿਪੁੰਨ ਮੰਨੇ ਜਾਂਦੇ ਹਨ। ਫਾਰਸੀ, ਤੁਰਕੀ, ਅਰਬੀ, ਉਰਦੂ, ਇਹ ਸਾਧ ਸੰਗਤ ਜੀ ਉਸ ਵੇਲੇ ਹਿੰਦੁਸਤਾਨ 'ਚ ਪ੍ਰਚਲਿਤ ਭਾਸ਼ਾਵਾਂ ਸਨ। ਫਾਰਸੀ ਜਿਹੜੀ ਸੀ ਉਹ ਰਾਜ ਭਾਸ਼ਾ ਸੀ, ਸਰਕਾਰੀ ਬੋਲੀ, ਦਫ਼ਤਰੀ ਕੰਮਕਾਰ ਸਾਰੇ ਫਾਰਸੀ 'ਚ ਹੁੰਦੇ ਸਨ। ਕੁਰਾਨ ਵਗੈਰਾ ਅਰਬੀ 'ਚ ਪੜ੍ਹਾਈ ਜਾਂਦੀ ਸੀ। ਤੁਰਕੀ ਅਤੇ ਉਰਦੂ ਇਹ ਭਾਸ਼ਾਵਾਂ ਵੀ ਪ੍ਰਚਲਿਤ ਹੋਈਆਂ ਸਨ।
ਅਸ ਰਾਖੇ ਬਹੁ ਨਿਕਟ ਮੁਲਾਨੇ। ਇਸ ਤਰ੍ਹਾਂ ਦੇ ਮੁਲਾਣੇ ਕਾਜੀ ਜਿਹੜੇ ਇਸਲਾਮ ਦੇ ਵਿਦਵਾਨ ਕਹਾਉਂਦੇ ਸਨ ਆਪਣੇ ਕੋਲ ਰੱਖੇ ਹੋਏ ਸਨ। ਆਦਰ ਦਰਬ ਦੇ ਬਹੁ ਤੇਰਾ। ਉਹਨਾਂ ਕਾਜ਼ੀਆਂ ਮੁਲਾਣਿਆਂ ਦੀ ਬੜੀ ਇੱਜ਼ਤ ਕਰਦਾ ਸੀ, ਉਹਨਾਂ ਦਾ ਬੜਾ ਆਦਰ ਸਤਿਕਾਰ, ਉਹਨਾਂ ਨੂੰ ਬੜੇ ਪੈਸੇ ਦਿੰਦਾ ਸੀ, ਉਹਨਾਂ ਨੂੰ ਪੂਰਾ ਮਾਣ ਸਨਮਾਨ ਨਾਲ ਰੱਖਦਾ ਸੀ। ਤਿਨ ਕੀ ਸੰਗਤ ਕਰਤ ਕਨੇਰਾ। ਉਹਨਾਂ ਕੱਟੜਪੰਥੀ ਮੁਸਲਮਾਨ ਮੁਲਾਣਿਆਂ ਦੀ ਸੰਗਤ ਕਰਦਾ ਸੀ। ਪਰਮੇਸ਼ਵਰ ਪ੍ਰਾਪਤ ਮਗ ਅੰਦੇ। ਜਿਹੜੇ ਬੰਦੇ ਪਰਮਾਤਮਾ ਦੇ ਰਸਤੇ ਵੱਲੋਂ ਅਣਜਾਣ ਸਨ, ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਰਸਤੇ ਦਾ ਪਤਾ ਹੀ ਨਹੀਂ ਸੀ, ਮੱਤ ਦੇ ਅੰਨੇ ਬੰਦੇ ਸਨ। ਗਾਡੇ ਸ਼ਰਾ ਫਾਸ ਸੰਗ ਬੰਦੇ। ਜਿਹੜੇ ਸ਼ਰਾ ਦੀ ਫਾਈ ਦੇ ਨਾਲ ਬੰਨੇ ਹੋਏ ਸਨ, ਜਿਹੜੇ ਸ਼ਰਾ ਤੋਂ ਉੱਪਰ ਜਾ ਹੀ ਨਹੀਂ ਸਕੇ। ਸ਼ਰਾ ਸਾਧ ਸੰਗਤ ਜੀ ਮਾੜੀ ਚੀਜ਼ ਤਾਂ ਨਹੀਂ ਹੈ, ਪਰ ਸ਼ੁਰੂਆਤੀ ਹੈ। ਸ਼ਰਾ ਦਾ ਮਤਲਬ ਹੈ ਡਿਸਿਪਲਨ, ਮਰਜ਼ਾਦਾ, ਨਿਤਨੇਮ, ਪੂਜਾ ਪਾਠ ਕਿਵੇਂ ਕਰਨਾ ਹੈ, ਨਮਾਜ਼ ਕਿਵੇਂ ਪੜ੍ਹਨੀ ਹੈ, ਰੋਜ਼ੇ ਕਿਵੇਂ ਰੱਖਣੇ ਹਨ, ਇਹ ਹੈ ਸ਼ਰਾ। ਉਹ ਜਿਹੜੀ ਸ਼ਰਾ ਦੀ ਮਰਜ਼ਾਦਾ ਸੀ, ਉਹ ਉੱਥੇ ਤੱਕ ਹੀ ਖੜ੍ਹੇ ਹੁੰਦੇ ਆ ਲੋਕ। ਸਾਡੇ ਵੀ ਅੱਜ ਕੱਲ੍ਹ ਸਮਾਜ ਵਿੱਚ ਅਸੀਂ ਦੇਖਦੇ ਹਾਂ ਕਰਮ ਕਾਂਡ ਉੱਤੇ, ਰਹਿਤ ਮਰਿਆਦਾ ਉੱਤੇ ਬੜਾ ਜ਼ੋਰ ਹੈ, ਪਰ ਅਧਿਆਤਮਕ ਉੱਤੇ ਕੋਈ ਜ਼ੋਰ ਨਹੀਂ। ਅਧਿਆਤਮਕ ਦਾ ਪਤਾ ਹੀ ਨਹੀਂ ਕਿਸੇ ਨੂੰ। ਜਿਹੜੇ ਕੋਈ ਮੰਦਰ ਗੁਰਦੁਆਰੇ ਆਉਂਦੇ ਵੀ ਹਨ, ਉਹ ਵੀ ਜ਼ਿਆਦਾਤਰ ਕਰਮ ਕਾਂਡ ਵਿੱਚ ਹੀ ਫਸੇ ਰਹਿੰਦੇ ਹਨ। ਕਰਮ ਕਾਂਡ ਸ਼ੁਰੂਆਤੀ ਦੌਰ ਵਾਸਤੇ ਜ਼ਰੂਰੀ ਹੈ। ਜਿਵੇਂ ਊੜਾ ਊਂਠ ਕਹਿਣਾ ਪੈਂਦਾ ਪੜ੍ਹਨ ਵਾਲੇ ਬੱਚੇ ਨੂੰ, ਪਰ ਜਦੋਂ ਬੱਚਾ ਪੜ੍ਹ ਜਾਂਦਾ ਫਿਰ ਤਾਂ ਨਹੀਂ ਊੜਾ ਊਂਠ ਕਹਿੰਦਾ। ਪਰ ਕਈ ਲੋਕ ਸਾਰੀ ਉਮਰ ਉਹੀ ਰੱਟਾ ਲਾਈ ਜਾਂਦੇ ਹਨ। ਇਸ ਤਰ੍ਹਾਂ ਇਹ ਜਿਹੜੇ ਸ਼ਰ੍ਹਾ ਦੀ ਫਾਈ ਵਿੱਚ ਬੰਨੇ ਹੋਏ ਸਨ ਕੱਟੜਪੰਥੀ ਮੁਸਲਮਾਨ ਮੁਲਾਣੇ, ਅੰਦਨ ਸਾਥ ਅੰਧ ਮਿਲ ਜੈਸੇ। ਕਹਿੰਦੇ ਜਿਵੇਂ ਅੰਨਿਆਂ ਨੂੰ ਅੰਨਾ ਮਿਲ ਜਾਵੇ। ਪਹਿਲਾਂ ਬਾਦਸ਼ਾਹ ਵੀ ਅੰਨਾ ਤੇ ਉਹਦੇ ਦਰਬਾਰੀ ਵੀ ਅੰਨੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਸ੍ਰੀ ਜਫਰਨਾਮਾ ਸਾਹਿਬ ਵਿੱਚ ਲਿਖਿਆ ਹੈ ਕਿ ਔਰੰਗਜ਼ੇਬ ਕੇ ਬਖਸ਼ੀਵਾਦ ਦੀਵਾ ਹਮੇ ਕਿਜ਼ਬ ਗੋਸਤ। ਤੂੰ ਆਪ ਤੇ ਝੂਠਾ ਮਕਾਰ ਤੇ ਫਰੇਬੀ ਹੈ। ਤੇਰੇ ਬਖਸ਼ੀ ਦੀਵਾਨ ਆਫੀਸਰ ਜਿੰਨੇ ਦਰਬਾਰੀ ਹਨ ਉਹ ਵੀ ਝੂਠੇ ਹਨ, ਉਹ ਵੀ ਮਕਾਰ ਹਨ, ਉਹ ਵੀ ਬੇਈਮਾਨ ਹਨ, ਉਹ ਵੀ ਸ਼ਰ੍ਹਾ ਦੀਆਂ ਫਾਹੀਆਂ ਵਿੱਚ ਬੰਨੇ ਹੋਏ ਹਨ। ਗਿਆਨ ਰੂਪ ਕੋ ਹੋਏ ਨਾ ਕੈਸੇ। ਉਹਨਾਂ ਨੂੰ ਅੰਨੇ ਨੂੰ ਜਿਵੇਂ ਰੂਪ ਦਾ ਗਿਆਨ ਨਹੀਂ ਹੁੰਦਾ, ਸ਼ਰ੍ਹਾ ਦੇ ਅੰਨਿਆਂ ਨੂੰ ਆਤਮ ਸਰੂਪ ਦਾ ਗਿਆਨ ਨਹੀਂ ਹੁੰਦਾ। ਤਥਾ ਸ਼ਰਾ ਸਭ ਅੰਧੇ ਕਰੇ। ਕਹਿੰਦੇ ਸਾਰੇ ਸ਼ਰ੍ਹਾ ਨੇ ਅੰਨੇ ਕੀਤੇ ਹੋਏ। ਆਹ ਮਰਿਆਦਾ ਹੈ, ਆਹ ਸ਼ਰ੍ਹਾ ਹੈ, ਆਹ ਕਰਮ ਕਾਂਡ ਹੈ। ਇਹ ਇਨਸਾਨ ਭਾਵੇਂ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਸਿੱਖ ਹੈ, 90-99% ਲੋਕ ਸ਼ਰ੍ਹਾ ਜੀ ਫਸੇ ਰਹਿੰਦੇ ਹਨ। ਤਾਂ ਉਹ ਤਾਂ ਬਾਦਸ਼ਾਹ ਵੀ ਬੜਾ ਸ਼ਰਈ ਸੀ, ਕੱਟੜ ਸੀ, ਅਤੇ ਉਹਦੀ ਪਬਲਿਕ ਵੀ ਉੱਦਾਂ ਦੀ ਸੀ। ਉਹਦੇ ਕਾਜੀ ਮੁਲਾਣੇ ਤਾਂ ਬਹੁਤ ਬਲਦੀ ਅਤੇ ਤੇਲ ਪਾਉਣ ਵਾਲੇ ਸਨ। ਸਾਰੇ ਸ਼ਰ੍ਹਾ ਦੀ ਫਾਹੀ 'ਚ ਬੱਧੇ ਹੋਏ ਸਨ। ਮਗ ਖੁਦਾਏ ਕਿਉ ਦ੍ਰਿਸ਼ਟੀ ਪਰੇ। ਜਿਨ੍ਹਾਂ ਦੇ ਗਲ ਵਿੱਚ ਸ਼ਰ੍ਹਾ ਦੀ ਫਾਹੀ ਪਈ ਹੋਈ ਸੀ, ਜਿਨ੍ਹਾਂ ਨੂੰ ਸ਼ਰ੍ਹਾ ਨੇ ਅੰਨਾ ਕੀਤਾ ਹੋਇਆ ਸੀ, ਉਹਨਾਂ ਨੂੰ ਖੁਦਾ ਦਾ, ਪਰਮਾਤਮਾ ਦਾ, ਅੱਲਾਹ ਤਾਲਾ ਦਾ ਰਸਤਾ ਕਿਵੇਂ ਦੇ ਸਕਦਾ? ਕਦੀ ਵੀ ਨਹੀਂ। ਕਰਮਕਾਂਡੀ ਬੰਦੇ, ਫੋਕਟ ਭਰਮੀ ਬੰਦੇ, ਮਰਿਆਦਾ ਦੇ ਬੜੇ ਪਾਬੰਦ ਬੰਦੇ ਅਕਸਰ ਅਧਿਆਤਮਕ ਤੌਰ ਤੋਂ ਖਾਲੀ ਹੁੰਦੇ ਵੇਖੇ ਹਨ। ਕੋਈ ਵਿਰਲਾ ਹੋਵੇਗਾ ਜਿਹੜਾ ਇਸ ਪੌੜੀ ਤੋਂ ਚੜ੍ਹ ਕੇ ਉੱਪਰ ਪਹੁੰਚ ਗਿਆ, ਉਹ ਇਸ ਪੌੜੀ ਨੂੰ ਛੱਡ ਗਿਆ। ਪਰ ਇਹ ਤਾਂ ਸਾਰੇ ਪਹਿਲੇ ਡੰਡੇ ਨੂੰ ਹੀ ਫੜ ਕੇ ਖਲੋਤੇ ਰਹਿੰਦੇ, ਸਾਰੀ ਉਮਰ ਉੱਪਰ ਚੜ੍ਹਦੇ ਹੀ ਨਹੀਂ। ਇਹੋ ਜਿਹੇ ਕੱਟੜ ਮੁਤਸਬੀ ਲੋਕ ਸਨ ਸਾਰੇ ਹੀ। ਹਿਰਦੇ ਨੂੰ ਰੰਗੇ ਕੀਨ ਵਿਚਾਰ। ਔਰੰਗਜ਼ੇਬ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਹੈ। ਪੇਸ਼ਿਆ ਬ੍ਰਿੰਦ ਬਾਜ਼ਾਰ ਮਝਾਰ। ਕਿ ਸਾਡੇ ਸ਼ਹਿਰ ਦਿੱਲੀ ਦੇ, ਆਗਰੇ ਦੇ, ਹਿੰਦੁਸਤਾਨ ਦੇ ਸ਼ਹਿਰਾਂ ਵਿੱਚ ਵੇਸ਼ਵਾਵਾਂ ਬੜੀਆਂ ਹਨ, ਜਿਹੜੀਆਂ ਦੇਹ ਵਪਾਰ ਕਰਦੀਆਂ ਹਨ, ਆਪਣੇ ਸਰੀਰ ਦਾ ਵਪਾਰ ਕਰਦੀਆਂ ਹਨ। ਉਹਨਾਂ ਜਿਹੜੀਆਂ ਵੇਸ਼ਵਾਵਾਂ ਨੇ, ਜੋ ਸਾਡੇ ਦੀਨ ਇਸਲਾਮ ਦੇ ਵਿੱਚ ਮਨ੍ਹਾ ਹੈ ਕੰਮ ਹਰਾਮਪੁਣਾ, ਉਹ ਕਰਦੀਆਂ ਹਨ। ਸਭ ਹਰਾਮ ਕਰ ਬੈਸ ਬਿਤਾਵੈ। ਇਹ ਆਪਣੀ ਜ਼ਿੰਦਗੀ ਵੇਸ਼ਵਾਵਾਂ ਹਰਾਮਪੁਣੇ 'ਚ ਬਤੀਤ ਕਰਦੀਆਂ ਹਨ।
ਇਸਲਾਮ ਦੇ ਵਿੱਚ ਜਿਹੜਾ ਵਿਭਚਾਰ ਹੈ, ਪਰਾਈ ਇਸਤਰੀ ਜਾਂ ਪਰਾਏ ਪੁਰਸ਼ ਦਾ ਸੰਗ ਕਰਨਾ, ਉਹਨੂੰ ਕਹਿੰਦੇ ਨੇ ਹਰਾਮਪੁਣਾ। ਇਹ ਸਾਰੇ ਹਰਾਮਪੁਣਾ ਕਰਦੇ ਹਨ। ਵੇਸ਼ਵਾਵਾਂ ਜਿੰਨੀਆਂ ਹਨ, ਇਹ ਬਾਜ਼ਾਰਾਂ ਦੇ ਵਿੱਚ ਬਾਜ਼ਾਰੂ ਔਰਤਾਂ, ਕੋਠਿਆਂ 'ਤੇ ਰਹਿਣ ਵਾਲੀਆਂ ਔਰਤਾਂ, ਇਹ ਸਾਡੇ ਇਸਲਾਮੀ ਸ਼ਰ੍ਹਾ ਦੇ ਉਲਟ ਚੱਲਦੀਆਂ ਹਨ। ਸ਼ਰਾਬ ਬੀਚ ਇਹ ਨਹਿ ਦ੍ਰਿਸ਼ਟਾਵੈ। ਇਹ ਸ਼ਰ੍ਹਾ ਵਿੱਚ ਜਾਇਜ਼ ਨਹੀਂ ਹੈ। ਸ਼ਰ੍ਹਾ ਇਸ ਨੂੰ ਮੰਨਦੀ ਨਹੀਂ। ਇਹ ਸ਼ਰ੍ਹਾ ਤੋਂ ਬਾਹਰ ਦਾ ਕੰਮ ਹੈ। ਅਤੇ ਮੈਂ ਮੁਸਲਮਾਨ ਬਾਦਸ਼ਾਹ ਹਾਂ। ਮੇਰੇ ਰਾਜ ਵਿੱਚ ਸ਼ਰ੍ਹਾ ਤੋਂ ਉਲਟ ਕੋਈ ਕੰਮ ਨਹੀਂ ਹੋ ਸਕਦਾ। ਸਗਰੀ ਕਰਕੇ ਹੁਕਮ ਹਕਾਰੀ। ਬਾਦਸ਼ਾਹ ਔਰੰਗਜ਼ੇਬ ਨੇ ਹੁਕਮ ਦਿੱਤਾ, ਫਲਾਣੇ ਦਿਨ ਸਾਰੀਆਂ ਵੇਸ਼ਵਾਵਾਂ ਦਿੱਲੀ ਸ਼ਹਿਰ ਦੀਆਂ ਇਕੱਠੀਆਂ ਹੋ ਕੇ ਮੇਰੇ ਕੋਲ ਆਓ। ਸਾਰੀਆਂ ਵੇਸ਼ਵਾਵਾਂ ਵਿਚਾਰੀਆਂ ਗਰੀਬ, ਸਾਰੀਆਂ ਨੂੰ ਸੱਦ ਲਿਆ ਔਰੰਗਜ਼ੇਬ ਨੇ। ਆਈ ਬ੍ਰਿਧ ਤਰਨ ਅਰਬਾਰੀ। ਉਹਨਾਂ ਵਿੱਚੋਂ ਕਈ ਬੁੱਢੀਆਂ ਸਨ, ਕਈ ਜਵਾਨ ਸਨ ਅਤੇ ਕਈ 16 ਸਾਲ ਦੀਆਂ ਬਿਲਕੁਲ ਚੜ੍ਹਦੀ ਉਮਰ ਦੀਆਂ ਬੱਚੀਆਂ ਸਨ। ਉਹ ਸਾਰੀਆਂ ਹੀ ਸੱਦ ਲਈਆਂ ਔਰੰਗਜ਼ੇਬ ਨੇ। ਕਹਿਓ ਕਰ ਆਪਣੀ ਦੇਹ ਤਿਆਗ। ਅਤੇ ਉਹਨਾਂ ਨੂੰ ਔਰੰਗਜ਼ੇਬ ਕਹਿਣ ਲੱਗਾ, ਤੁਸੀਂ ਇਹ ਕੰਮ ਛੱਡ ਦਿਓ, ਤੁਸੀਂ ਵੇਸ਼ਵਾਪੁਣਾ, ਵੇਸ਼ਵਾ ਬਿਰਤੀ ਤਿਆਗ ਦਿਓ। ਇੱਕ ਇੱਕ ਖਸਮ ਸੰਗ ਲਿਹੋ ਲਾਗ। ਇੱਕ ਇੱਕ ਖਸਮ ਨਾਲ ਵਿਆਹ ਕਰ ਲਓ। ਇੱਕ ਇੱਕ ਪਤੀ ਨਾਲ, ਇੱਕ ਬੰਦੇ ਨਾਲ ਰਵੋ। ਬਹੁਤਿਆਂ ਬੰਦਿਆਂ ਦੇ ਨਾਲ ਰਹਿਣਾ ਇਸਲਾਮ ਦੇ ਵਿੱਚ ਮਨ੍ਹਾ ਹੈ। ਤੁਸੀਂ ਵੇਸ਼ਵਾਵਾਂ ਦਾ ਕੰਮ ਛੱਡ ਕੇ ਇੱਕ ਆਮ ਔਰਤ ਦੀ ਤਰ੍ਹਾਂ, ਜਿਵੇਂ ਕੋਈ ਪਤਨੀ ਹੁੰਦੀ ਹੈ, ਕਿਸੇ ਇੱਕ ਬੰਦੇ ਦੀ ਪਤਨੀ ਬਣ ਜਾਓ ਅਤੇ ਬਹੁਤ ਬੰਦਿਆਂ ਦੀ ਨਾਇਕਾ ਨਾ ਬਣੋ। ਨਾਹੀਂ ਤਾਂ ਦੋਜਕ ਮੈਂ ਦੁੱਖ ਪਾਵਾ। ਨਹੀਂ ਤਾਂ ਤੁਸੀਂ ਨਰਕਾਂ ਵਿੱਚ ਦੁੱਖ ਪਾਓਗੀਆਂ, ਦੋਜਕ ਦੀ ਅੱਗ ਵਿੱਚ ਸੜੋਗੀਆਂ, ਅਤੇ ਮੈਂ ਵੀ ਤੁਹਾਨੂੰ ਬੜੇ ਤਸੀਹੇ ਦੇ ਕੇ ਜੇਲ੍ਹਾਂ 'ਚ ਸੁੱਟ ਦਿਆਂਗਾ। ਮੇਰਾ ਹੁਕਮ ਮੰਨੋ ਅਤੇ ਤੁਸੀਂ ਆਹ ਵੇਸ਼ਵਾ ਵਾਲਾ ਕੰਮ ਜਿਹੜਾ ਹੈ, ਹਰਾਮਪੁਣੇ ਦਾ ਕੰਮ ਹੈ, ਇਹ ਬੰਦ ਕਰ ਦਿਓ। ਬਹੁਸ ਮਿਲੋ ਹਰਾਮ ਕਮਾਵੋ। ਤੁਸੀਂ ਬਹੁਤ ਬੰਦਿਆਂ ਨੂੰ ਮਿਲਦੀਆਂ ਹੋ, ਬਹੁਤ ਸਾਰੇ ਪੁਰਸ਼ਾਂ ਨਾਲ ਹਰਾਮਪੁਣਾ ਕਰਦੀਆਂ ਹੋ। ਸੁਣ ਕਰ ਬੇਸ਼ਿਆ ਬਹੁਤ ਪੁਕਾਰੀ। ਉਹ ਵਿਚਾਰੀਆਂ ਵੇਸ਼ਵਾਵਾਂ ਸਾਰੀਆਂ ਇਕੱਠੀਆਂ ਹੋ ਕੇ ਆਈਆਂ ਅਤੇ ਬਾਦਸ਼ਾਹ ਨੂੰ ਕਹਿਣ ਲੱਗੀਆਂ, ਉਹਨਾਂ ਨੇ ਪੁਕਾਰ ਕੀਤੀ। ਇਹੀ ਕਦੀਮੀ ਕਰ ਹਮਾਰੀ। ਕਹਿਣ ਲੱਗੀਆਂ, ਬਾਦਸ਼ਾਹ ਇਹ ਕੰਮ ਅਸੀਂ ਕੋਈ ਅੱਜ ਦਾ ਥੋੜ੍ਹਾ ਕਰਨ ਲੱਗੀਆਂ ਹਾਂ। ਇਹ ਤਾਂ ਹਜ਼ਾਰਾਂ ਸਾਲਾਂ ਤੋਂ ਸਾਡੇ ਵੱਡੇ ਵਡੇਰੇ ਔਰਤਾਂ ਕਰਦੀਆਂ ਆਈਆਂ, ਜਿਹੜੀਆਂ ਵੇਸ਼ਵਾਪੁਣੇ ਦਾ ਕੰਮ ਕਰਦੀਆਂ ਨੇ, ਜਿਨ੍ਹਾਂ ਨੂੰ ਕੰਚਨੀ ਵੀ ਕਹਿ ਦਿੰਦੇ ਆ, ਵੇਸ਼ਵਾ ਵੀ ਕਹਿ ਦਿੰਦੇ ਆ। ਉਹ ਸਾਡੀ ਜਿਹੜੀ ਬਰਾਦਰੀ, ਸਾਡਾ ਜਿਹੜਾ ਇੱਕ ਪੇਸ਼ਾ ਹੈ, ਕੰਮਕਾਰ ਹੈ, ਅਸੀਂ ਇਹ ਧੰਦਾ ਕਰਦੀਆਂ ਹਾਂ, ਅਤੇ ਤੁਸੀਂ ਸਾਨੂੰ ਕਿਵੇਂ ਰੋਕ ਸਕਦੇ ਹੋ? ਪਰਖ ਹਜ਼ਾਰਾਂ ਬੀਤ ਗਏ ਹੈ। ਹਜ਼ਾਰਾਂ ਸਾਲ ਬੀਤ ਗਏ ਨੇ, ਦੁਨੀਆ ਦੇ ਵੇਸ਼ਵਾਵਾਂ ਦਾ ਕੰਮ ਬੰਦ ਨਹੀਂ ਹੋਇਆ। ਕਿਸੇ ਬਾਦਸ਼ਾਹ ਨੇ ਵੀ ਨਹੀਂ ਕੀਤਾ। ਵੱਡੇ ਵੱਡੇ ਪਤਸ਼ਾਹ ਭਏ ਹੈ। ਬੜੇ ਬੜੇ ਪਾਤਸ਼ਾਹ ਹੋਏ ਨੇ, ਰਾਜੇ ਮਹਾਰਾਜੇ ਹੋਏ ਨੇ, ਉਹਨਾਂ ਨੇ ਵੀ ਇਹ ਕੰਮ ਨੂੰ ਬੰਦ ਨਹੀਂ ਕੀਤਾ। ਠੀਕ ਹੈ ਕਿ ਕੰਮ ਮਾੜਾ ਹੈ, ਪਰ ਸਮਾਜ ਦੀਆਂ ਕੁਝ ਐਸੀਆਂ ਭੈੜੀਆਂ ਜ਼ਰੂਰਤਾਂ ਵੀ ਹੁੰਦੀਆਂ ਨੇ, ਜਿਨ੍ਹਾਂ ਨੂੰ ਚਲਾਉਣ ਵਾਸਤੇ ਸਿਆਣੇ ਬੰਦਿਆਂ ਨੇ ਇਹ ਕੰਮ ਸ਼ੁਰੂ ਕੀਤਾ ਹੋਵੇਗਾ। ਤੋ ਇਹਦੇ ਵਿੱਚ ਕਈ ਤਰ੍ਹਾਂ ਦੇ ਉਪਦਰਵ ਵੀ ਹਨ, ਕਈ ਤਰ੍ਹਾਂ ਦੇ ਵਿਕਾਰ ਵੀ ਹਨ, ਅਤੇ ਕਈ ਤਰ੍ਹਾਂ ਦੇ ਫਾਇਦੇ ਵੀ ਹਨ। ਕਿਉਂਕਿ ਜੇ ਇਹ ਵੇਸ਼ਵਾ ਬਿਰਤੀ ਨਾ ਹੋਵੇ ਤਾਂ ਲੋਕ ਬਲਾਤਕਾਰੀ ਹੋ ਜਾਂਦੇ ਹਨ। ਜ਼ਬਰਦਸਤੀ ਫਿਰ ਧੀਆਂ ਭੈਣਾਂ ਨੂੰ ਬਾਜ਼ਾਰਾਂ ਵਿੱਚ ਲੰਘਦਿਆਂ ਟੱਪਦਿਆਂ ਪਰੇਸ਼ਾਨ ਕਰਦੇ ਹਨ। ਜਿਹੜੇ ਲੋਕਾਂ ਦਾ ਵਿਆਹ ਸ਼ਾਦੀ ਨਹੀਂ ਹੁੰਦੀ, ਜਾਂ ਜਿਹੜੇ ਲੋਕ ਕਿਸੇ ਤਰ੍ਹਾਂ ਵੀ ਕਹਿ ਲਓ, ਕਈ ਤਰ੍ਹਾਂ ਦੀਆਂ ਬਿਰਤੀਆਂ ਹਨ। ਸਾਧ ਸੰਗਤ ਜੀ, ਇਨਸਾਨ ਦੀਆਂ ਬਿਰਤੀਆਂ ਪਸ਼ੂ ਤੋਂ ਵੀ ਮਾੜੀਆਂ ਹਨ। ਅਸੀਂ ਜਿਹੜੀਆਂ ਜੂਨਾਂ 'ਚੋਂ ਲੰਘ ਕੇ ਆਏ ਹਨ, 84 ਲੱਖ ਜੂਨਾਂ ਵਿੱਚੋਂ ਗੇੜਾ ਕੱਟ ਕੇ ਆਏ ਹਾਂ। ਜੋ ਜੋ ਪਿਛਲੀਆਂ ਜੂਨਾਂ ਵਿੱਚ ਅਸੀਂ ਕਰਦੇ ਰਹੇ ਹਾਂ, ਅੱਜ ਵੀ ਸਾਡੀ ਬਿਰਤੀ 'ਚ ਉਹੀ ਹੈ। ਅਤੇ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਰਕੇ ਬੰਦਾ ਪਸ਼ੂਆਂ ਦੀ ਤਰ੍ਹਾਂ ਵਿਹਾਰ ਕਰਦਾ ਹੈ। ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਲਈ ਫਿਰ ਰਾਜੇ ਮਹਾਰਾਜੇ ਸਿਆਣੇ ਲੋਕਾਂ ਨੇ ਕਈ ਤਰੀਕੇ ਕੱਢੇ ਸਨ, ਵੀ ਇਸ ਤਰੀਕੇ ਨਾਲ ਆਪਣੀ ਬਿਰਤੀ ਨੂੰ ਕਾਬੂ ਕਰ ਲੈਣ, ਇਸ ਤਰੀਕੇ ਨਾਲ ਕਰ ਲੈਣ।
ਸਭ ਤੋਂ ਵਧੀਆ ਤਰੀਕਾ ਤਾਂ ਇਹ ਹੈ ਵੀ ਕੋਈ ਬੰਦਾ ਸਤਸੰਗ ਕਰੇ, ਕੀਰਤਨ ਕਥਾ ਹਰੀ ਜਸ ਨਾਲ ਜੁੜੇ, ਚੰਗੇ ਬੰਦਿਆਂ ਦੀ ਸੁਹੱਬਤ ਕਰੇ, ਮੰਦਰ ਗੁਰਦੁਆਰੇ ਮਸੀਤ ਜਾਵੇ, ਕੋਈ ਨਮਾਜ਼ ਪੜ੍ਹੇ, ਕੋਈ ਪੂਜਾ ਕਰੇ, ਕੋਈ ਪਾਠ ਕਰੇ, ਅਤੇ ਇਸ ਪਾਸਿਓਂ ਧਿਆਨ ਬੁਰੇ ਪਾਸਿਓਂ ਹਟ ਜਾਵੇ। ਉਹ ਤਾਂ ਹੈ ਸੋਨੇ 'ਤੇ ਸੁਹਾਗਾ, ਉਹਦੀ ਤਾਂ ਰੀਸ ਹੀ ਕੋਈ ਨਹੀਂ। ਪਰ ਹੁਣ ਸਾਰੇ ਬੰਦੇ ਇੱਦਾਂ ਦੇ ਨਹੀਂ ਹੁੰਦੇ। ਸਾਰੇ ਬੰਦੇ ਮੰਦਰ ਗੁਰਦੁਆਰਿਆਂ 'ਚ ਨਹੀਂ ਜਾਂਦੇ, ਧਰਮਾਂ ਸਥਾਨਾਂ 'ਤੇ ਨਹੀਂ ਜਾਂਦੇ, ਸਤਸੰਗ ਨਹੀਂ ਕਰਦੇ। ਉਹ ਫਿਰ ਕੀ ਕਰਦੇ ਨੇ? ਉਹ ਰਾਤ ਬਰਾਤੇ ਲੋਕਾਂ ਦੇ ਘਰਾਂ 'ਚ ਜਾਂਦੇ ਨੇ, ਕੋਈ ਚੋਰੀ ਠੱਗੀ ਕਰਦੇ ਨੇ, ਕੋਈ ਬਲਾਤਕਾਰ ਰੇਪ ਕਰਦੇ ਨੇ। ਉਹਨਾਂ ਨੂੰ ਕੰਟਰੋਲ 'ਚ ਰੱਖਣ ਲਈ ਇਹ ਵੇਸ਼ਵਾਵਾਂ ਦੇ ਅੱਡੇ ਬਣਾਏ ਗਏ ਸਨ। ਉਹ ਵੇਸ਼ਵਾਵਾਂ ਕਹਿੰਦੀਆਂ, ਬਾਦਸ਼ਾਹ ਸਾਡਾ ਇਹ ਕੰਮ ਅੱਜ ਦਾ ਨਹੀਂ ਹੈ, ਕਈ ਹਜ਼ਾਰਾਂ ਸਾਲਾਂ ਤੋਂ ਸਾਡਾ ਇਹ ਧੰਦਾ ਚੱਲਿਆ ਆਉਂਦਾ ਹੈ। ਕਿਨਹੁ ਨ ਹਮਕੋ ਰੋਕਨ ਕੀਨ। ਸਾਨੂੰ ਤਾਂ ਕਿਸੇ ਨੇ ਰੋਕਿਆ ਨਹੀਂ, ਬਲਕਿ ਬਾਦਸ਼ਾਹ ਲੋਕ ਸਾਨੂੰ ਵੱਖਰੇ ਘਰ ਬਣਾ ਕੇ ਦਿੰਦੇ ਸੀ, ਵੱਖਰੇ ਸਾਡੇ ਬਾਜ਼ਾਰ ਹੁੰਦੇ ਸੀ, ਅਤੇ ਅਸੀਂ ਉਹਨਾਂ 'ਚ ਰਹਿੰਦੀਆਂ। ਅਸੀਂ ਸਮਾਜ ਦੇ ਵਿੱਚ ਬਦਨਾਮ ਹਾਂ, ਪਰ ਸਾਡਾ ਫਿਰ ਵੀ ਕੋਈ ਸਥਾਨ ਹੈ, ਅਤੇ ਸਾਨੂੰ ਕਿਸੇ ਨੇ ਰੋਕਿਆ ਨਹੀਂ। ਤੇਰੇ ਪਿਓ ਨੇ ਨਹੀਂ ਰੋਕਿਆ, ਤੇਰੇ ਦਾਦੇ ਜਹਾਂਗੀਰ ਨੇ ਨਹੀਂ ਰੋਕਿਆ, ਤੇਰੇ ਪੜਦਾਦੇ ਅਕਬਰ ਨੇ ਨਹੀਂ ਸਾਨੂੰ ਰੋਕਿਆ, ਉਹਦੇ ਪਿਓ ਦਾਦਿਆਂ ਨੇ ਨਹੀਂ ਰੋਕਿਆ। ਸਦੀਆਂ ਬੀਤ ਗਈਆਂ, ਲੱਖਾਂ ਸਾਲਾਂ ਤੋਂ, ਹਜ਼ਾਰਾਂ ਸਾਲਾਂ ਤੋਂ ਸਾਡਾ ਵੇਸ਼ਵਾਵਾਂ ਦਾ, ਭਾਵੇਂ ਕੋਈ ਹਿੰਦੂ ਰਾਜੇ ਸਨ, ਭਾਵੇਂ ਮੁਸਲਮਾਨ ਰਾਜੇ ਸਨ, ਸਾਰਿਆਂ ਮੁਲਕਾਂ ਵਿੱਚ ਇਹ ਕੰਮ ਚੱਲਦਾ ਰਿਹਾ ਹੈ। ਕਰਤ ਰਹੀ ਨਿਜ ਕਾਰ ਧਨੀਨ। ਅਤੇ ਧਨੀ ਪੁਰਸ਼ ਇਸਤਰੀਆਂ, ਧਨੀ ਪੁਰਸ਼ ਜਿਹੜੇ ਹਨ ਮਾਇਆ ਵਾਲੇ, ਉਹ ਸਾਡੇ ਕੋਲ ਆਉਂਦੇ ਹਨ। ਅਸੀਂ ਉਹਨਾਂ ਦਾ ਮਨ ਪਰਚਾਵਾ ਕਰਦੀਆਂ, ਨਾਚ ਗਾਣਾ ਕਰਦੀਆਂ ਹਾਂ। ਜਿਸ ਤਰ੍ਹਾਂ ਵੀ ਕੋਈ, ਇਹ ਵੀ ਸਾਧ ਸੰਗਤ ਜੀ ਇੱਕ ਵੱਖਰਾ ਵਿਸ਼ਾ ਹੈ। ਮਹਾਰਿਸ਼ੀ ਬਾਦਸ਼ਾਇਨ ਨੇ ਜੋ ਕੁਝ ਲਿਖਿਆ, ਜੋ ਚਾਣਕਿਆ ਨੇ ਲਿਖਿਆ, ਜੋ ਕੌਟਲਿਆ ਦੇ ਅਰਥ ਸ਼ਾਸਤਰ 'ਚ ਪੜ੍ਹਿਆ ਹੈ, ਅੱਜ ਤੋਂ 2,500-3 ਹਜ਼ਾਰ ਸਾਲ ਪਹਿਲਾਂ ਅਰਥ ਸ਼ਾਸਤਰ ਕੌਟਿਲਿਆ ਦਾ ਲਿਖਿਆ ਗਿਆ। 2,500 ਸਾਲ ਲਗਭਗ ਹੋ ਚੱਲੇ ਨੇ ਚੰਦਰਗੁਪਤ ਮੌਰਿਆ ਦੇ ਸਮੇਂ। ਉਦੋਂ ਵੀ ਇਹ ਗੱਲਾਂ ਲਿਖੀਆਂ ਹੋਈਆਂ ਨੇ, ਉਦੋਂ ਵੀ ਵੇਸ਼ਵਾਵਾਂ ਸਨ। ਉਸ ਤੋਂ ਪਹਿਲਾਂ ਮਹਾਭਾਰਤ ਦੇ ਸਮੇਂ ਵਿੱਚ ਵੀ ਸਨ। ਤੋ ਇਹ ਤਾਂ ਬੜੀ ਦੁਨੀਆ ਜਦੋਂ ਦੀ ਬਣੀ ਹੈ, ਉਦੋਂ ਦਾ ਸਾਡਾ ਕੰਮ ਚੱਲਿਆ ਆਉਂਦਾ ਹੈ। ਹਮ ਕੈਸੇ ਅਬ ਤਿਆਗਨ ਕਰੈ। ਹੇ ਬਾਦਸ਼ਾਹ, ਹੁਣ ਅਸੀਂ ਆਪਣਾ ਧੰਦਾ, ਆਪਣਾ ਪੇਸ਼ਾ ਕਿਵੇਂ ਤਿਆਗ ਦਈਏ, ਜਿਹੜਾ ਕੋਈ ਸਾਡਾ ਚਲਾਇਆ ਹੀ ਨਹੀਂ। ਸਾਡੇ ਤੋਂ ਪਤਾ ਨਹੀਂ ਕਈ ਹਜ਼ਾਰਾਂ ਸਾਲ ਪਹਿਲਾਂ ਸਮਾਜ ਨੇ ਇਹ ਬਿਰਤੀ ਬਣਾਈ ਸੀ ਵੀ ਲੋਕ ਪਸ਼ੂਆਂ ਦੀ ਤਰ੍ਹਾਂ ਨਾ ਫਿਰਨ। ਕੁਝ ਔਰਤਾਂ, ਕੁਝ ਵੇਸ਼ਵਾਵਾਂ ਇਹੋ ਜਿਹੀਆਂ ਹੋਣ ਜਿਹੜੀਆਂ ਸਾਂਝਿਆਂ ਤੌਰ 'ਤੇ ਇਸਤਰੀਆਂ ਦੇ ਰੂਪ ਵਿੱਚ, ਭਾਵੇਂ ਕੰਮ ਤਾਂ ਮਾੜਾ ਹੀ ਹੈ, ਇਹਨੂੰ ਗੁਰੂ ਸਾਹਿਬ ਨੇ ਵੀ ਚੰਗਾ ਨਹੀਂ ਕਿਹਾ, ਬਾਣੀ ਵਿੱਚ ਮਾੜਾ ਹੀ ਕਿਹਾ ਹੈ। ਕੋਈ ਵੀ ਧਰਮ ਚੰਗਾ ਨਹੀਂ ਕਹੇਗਾ, ਪਰ ਸਮਾਜ ਦੀਆਂ ਕਈ ਚੀਜ਼ਾਂ ਹੀ ਐਸੀਆਂ ਨੇ ਜਿਹੜੀਆਂ ਧਰਮ ਤੋਂ ਥੋੜ੍ਹਾ ਜਿਹਾ ਹਟ ਕੇ ਵੀ ਦੇਖੀਆਂ ਜਾਂਦੀਆਂ। ਸਾਰੀ ਗੱਲ ਨੂੰ ਆਪਾਂ ਧਰਮ ਨਾਲ ਵੀ ਨਹੀਂ ਦੇਖ ਸਕਦੇ। ਕੁਝ ਚੀਜ਼ਾਂ ਸਮਾਜ ਦੇ ਹਿਸਾਬ ਨਾਲ ਦੇਖੀਆਂ ਜਾਂਦੀਆਂ, ਕੁਝ ਅਧਿਆਤਮਿਕ ਤੌਰ 'ਤੇ, ਕੁਝ ਰਾਜਨੀਤਿਕ ਤੌਰ 'ਤੇ, ਕੁਝ ਧਾਰਮਿਕ ਤੌਰ 'ਤੇ। ਜਦੋਂ ਅਸੀਂ ਸਾਰੀਆਂ ਦੀ ਖਿਚੜੀ ਬਣਾ ਦਿੰਦੇ ਹਾਂ, ਉਦੋਂ ਪ੍ਰੋਬਲਮ ਆਉਂਦੀ ਹੈ। ਅੱਜ ਸਾਧ ਸੰਗਤ ਜੀ, ਅਸੀਂ ਸਿੱਖ ਸਮਾਜ ਵਿੱਚ ਵੀ ਦੇਖਦੇ ਹਾਂ, ਸਾਡੇ ਵਿਚਾਰਾਂ ਦੀ ਖਿਚੜੀ ਬਣ ਗਈ ਹੈ। ਕਿਸੇ ਨੂੰ ਕੁਝ ਪਤਾ ਹੀ ਨਹੀਂ, ਰੌਲਾ ਪਾਉਣਾ ਬਹੁਤ, ਮਿੰਟ ਵਿੱਚ ਰੌਲਾ ਪਾ ਲੈਂਦੇ, ਪਤਾ ਕੱਖ ਨਹੀਂ। ਨਾ ਕੋਈ ਗ੍ਰੰਥ ਪੜ੍ਹਿਆ, ਨਾ ਕਿਸੇ ਵਿਦਵਾਨ ਦੀ ਸੰਗਤ ਕੀਤੀ, ਨਾ ਕਿਸੇ ਕਾਰਨ ਨੂੰ ਜਾਣਿਆ, ਬਸ ਇੱਕਦਮ ਡਾਂਗ ਚੁੱਕੋ, ਸਿਰ 'ਚ ਮਾਰੋ। ਇਹ ਸਾਡਾ ਹਾਲ ਹੋ ਗਿਆ ਹੈ। ਉਹ ਔਰੰਗਜ਼ੇਬ ਵੀ ਉੱਦਾਂ ਦਾ ਹੀ ਸੀਗਾ, ਕੱਟੜ, ਕਹਿੰਦਾ ਬਸ ਬੰਦ ਕਰ ਦਿਓ ਵੇਸ਼ਵਾ ਬਿਰਤੀ। ਉਹ ਕਹਿੰਦੀਆਂ ਵੀ ਬਾਦਸ਼ਾਹ ਬੰਦ ਤਾਂ ਅਸੀਂ ਕਰ ਦਈਏ, ਪਰ ਇਹ ਕੰਮ ਸਾਡਾ ਅੱਜ ਦਾ ਨਹੀਂ ਹੈ, ਇਹ ਹਜ਼ਾਰਾਂ ਸਾਲਾਂ ਤੋਂ ਸਾਡੇ ਸਮਾਜ ਦਾ ਹਿੱਸਾ ਹੈ। ਹਾਂਜੀ, ਜਬਰੀ ਕਰੋ ਬੈਠ ਦਰ ਮਰੈ। ਹਾਂ, ਜੇ ਤੂੰ ਜ਼ਬਰਦਸਤੀ ਕਰੇਗਾ, ਰੋਕੇਗਾ, ਵੀ ਸਾਨੂੰ ਪਾਬੰਦੀ ਲਾਏਗਾ, ਅਸੀਂ ਤੇਰੇ ਬੂਹੇ 'ਤੇ ਮਰ ਜਾਵਾਂਗੀਆਂ। ਹੋਰ ਕੀ ਹੈ, ਹੁਣ ਮਰਨ ਤੋਂ ਬਿਨਾਂ ਤੇ ਹੋਰ ਸਾਡੇ ਕੋਲ ਚਾਰਾ ਕੋਈ ਨਹੀਂ। ਸਾਨੂੰ ਤੁਸੀਂ ਕਹਿੰਦੇ ਹੋ ਵੀ ਇੱਕ ਇੱਕ ਪਤੀ ਨਾਲ ਵਿਆਹ ਕਰਾ ਲਓ, ਇਹ ਦੱਸੋ ਵੀ ਸਾਡੇ ਨਾਲ ਵਿਆਹ ਕੌਣ ਕਰਾਏਗਾ? ਹੁਣ ਜਿਹੜੀ ਬਾਣੀ ਵੇਸ਼ਵਾ ਗਈ ਹੈ, ਅਤੇ ਉਹਦੇ ਨਾਲ ਕੌਣ ਵਿਆਹ ਕਰਾਏਗਾ? ਵੇਸ਼ਵਾ ਨੂੰ ਨਾ ਤਾਂ ਕੋਈ ਮਾਂ ਜੀ ਕਹਿੰਦਾ, ਨਾ ਕੋਈ ਭੈਣ ਜੀ ਕਹਿੰਦਾ,
ਨਾ ਕੋਈ ਧੀ ਕਹਿੰਦਾ ਤੇ ਨਾ ਕੋਈ ਪਤਨੀ ਬਣਾ ਕੇ ਰਾਜੀ ਹੈ। ਇੱਜ਼ਤਦਾਰ ਬੰਦੇ ਤੇ ਬਦਕਾਰ ਬੰਦੇ ਸਮਾਜ ਵਿੱਚ ਬਹੁਤ ਹਨ, ਪਰ ਭੈੜੇ ਤੋਂ ਭੈੜਾ ਬਦਕਾਰ ਬੰਦਾ ਵੀ ਜਦੋਂ ਕਿਸੇ ਵੇਸ਼ਵਾ ਨੂੰ ਆਪਣੇ ਘਰ ਲੈ ਕੇ ਆਵੇ ਤੇ ਕਹੇ ਮੈਂ ਤੇਰੇ ਨਾਲ ਵਿਆਹ ਕਰਾਨਾ ਤੇ ਬਰਾਦਰੀ ਭਾਈਚਾਰੇ 'ਚ ਮੈਂ ਰਹਿਣਾ, ਤੇ ਲੋਕਾਂ ਨੇ ਕਹਿਣਾ ਭਾਵੇਂ ਉਹ ਕਿੱਡਾ ਵਿੱਚ ਚੰਗਾ ਕੰਮ ਕਰ ਰਿਹਾ, ਤੇ ਉਹ ਜਿਹੜੀ ਵੇਸ਼ਵਾ ਵੀ ਹੈ ਉਹ ਵੀ ਸਾਰੇ ਮਾੜੇ ਕੰਮ ਛੱਡ ਕੇ ਆਈ ਹੈ, ਲੋਕ ਫੇਰ ਨਹੀਂ ਜੀਣ ਦਿੰਦੇ, ਮਿਹਣੇ ਤਾਨੇ ਮਾਰਦੇ ਆ ਵੀ ਵੇਸ਼ਵਾ ਹੋ ਕੇ ਆਹ ਦੇਖੋ ਜੀ ਹੁਣ ਚੂੜਾ ਫਾਈ ਫਿਰਦੀ ਸੁਹਾਗਣ ਬਣ ਗਈ ਹੈ। ਉੱਪਰ ਦੁਨੀਆ ਦੇ ਪੁੱਠੇ ਪਾਸੇ ਦੇਖਣਾ। ਤਾਂ ਜੇ ਅਸੀਂ ਕਿਸੇ ਨਾਲ ਵਿਆਹ ਕਰਾਈਏ, ਪਹਿਲੀ ਗੱਲ ਤਾਂ ਸਾਨੂੰ ਕੋਈ ਖਸਮ ਮਿਲਣਾ ਨਹੀਂ ਜਿਹਦੇ ਨਾਲ ਅਸੀਂ ਵਿਆਹ ਕਰਾਈਏ। ਦੂਜੀ ਗੱਲ ਹੈ, ਜੇ ਕੋਈ ਕਰਾ ਵੀ ਲਵੇਗਾ ਤੇ ਉਹਨੂੰ ਲੋਕਾਂ ਨੇ ਜੀਣ ਨਹੀਂ ਦੇਣਾ। ਅਸੀਂ ਹਜ਼ਾਰਾਂ ਤਾਦਾਦ ਵਿੱਚ ਇੱਥੇ ਰਹਿੰਦੀਆਂ ਦਿੱਲੀ ਸ਼ਹਿਰ ਵਿੱਚ ਵੇਸ਼ਵਾਵਾਂ ਹਜ਼ਾਰਾਂ ਲੱਖਾਂ ਸੀਗੀਆਂ। ਇੰਨੇ ਬੰਦੇ ਕਿਹੜੇ ਨੇ ਜਿਹੜੇ ਸਾਨੂੰ ਘਰ 'ਚ ਪਾ ਲੈਣਗੇ, ਵਿਆਹ ਕਰ ਲੈਣਗੇ? ਨੌ ਰੰਗ ਸੁਨਖਨ ਸਿਓ ਨਹਿ ਪਾਈ। ਅਸੀਂ ਤਾਂ ਤੇਰੇ ਬੂਹੇ ਤੇ ਮਰ ਜਾਵਾਂਗੀਆਂ। ਉਹ ਔਰੰਗਜ਼ੇਬ ਇਹ ਗੱਲ ਸੁਣ ਕੇ ਸਮਝਿਆ ਨਹੀਂ, ਬਲਕਿ ਖੁਣਸ ਖਾ ਗਿਆ, ਗੁੱਸਾ ਖਾ ਗਿਆ। ਉਹ ਵੇਸ਼ਵਾਵਾਂ ਨੇ ਤਾਂ ਵਿਚਾਰੀਆਂ ਗਰੀਬ ਤਰਲਾ ਕੀਤਾ ਉਹਨਾਂ ਨੇ ਵੀ ਸਾਡਾ ਦੱਸੋ ਕੋਈ ਕੰਮਕਾਰ ਹੈ ਹੀ ਨਹੀਂ, ਹੋਰ ਸਾਡਾ ਸਮਾਜ ਵਿੱਚ ਸਥਾਨ ਹੀ ਨਹੀਂ ਕੋਈ, ਸਾਡਾ ਸਿਰਫ ਇਹੀ ਸਥਾਨ ਹੈ, ਵੇਸ਼ਵਾ ਕਰਕੇ ਜਾਣੀਆਂ ਜਾਂਦੀਆਂ। ਹੁਣ ਸਾਨੂੰ ਚੰਗੀ ਨਿਗਾਹ ਨਾਲ ਕੌਣ ਵੇਖੇਗਾ? ਕੰਮਕਾਰ ਤੇ ਕੌਣ ਲਾਏਗਾ? ਰੋਟੀ ਕੌਣ ਦੇਵੇਗਾ? ਸਾਨੂੰ ਇਹ ਦੁਨੀਆ ਜਿਹੜੀ ਹੈ ਜੀਣ ਨਹੀਂ ਦੇਗੀ। ਜਿੱਦਾਂ ਅਸੀਂ ਜੀ ਰਹੀਆਂ ਇੱਦਾਂ ਦੇ ਸਾਨੂੰ ਇਹ ਸਾਰੇ ਪ੍ਰਵਾਨ ਕਰ ਲੈਂਦੇ ਆ, ਪਰ ਚੰਗੀ ਇੱਜ਼ਤ ਵਾਲੀ ਜ਼ਿੰਦਗੀ ਸਾਨੂੰ ਇਹਨਾਂ ਨੇ ਨਹੀਂ ਦੇਣੀ। ਅਸੀਂ ਕਿੱਥੇ ਜਾਈਏ? ਔਰੰਗਜ਼ੇਬ ਇਹ ਸੁਣ ਕੇ ਅੱਗ ਭਬੂਲਾ ਹੋ ਗਿਆ। ਨੌਕਾ ਪਰਗਨ ਬੋਲ ਚੜਾਈ। ਕਹਿਣ ਲੱਗਾ ਮੈਂ ਤੁਹਾਨੂੰ ਦੱਸਾਂਗਾ, ਇਕੱਠੀਆਂ ਹੋ ਕੇ ਜਮਨਾ ਦੇ ਕੰਢੇ 'ਤੇ ਆ ਜਾਓ। ਉਹ ਵਿਚਾਰੀਆਂ ਜਮਨਾ 'ਤੇ ਆ ਗਈਆਂ। ਬਾਦਸ਼ਾਹ ਦਾ ਹੁਕਮ ਤਾਂ ਮੰਨਣਾ ਹੀ ਹੁੰਦਾ। ਡਾਢਾ ਸੀਗਾ। ਸਾਰੀਆਂ ਵੇਸ਼ਵਾਵਾਂ, ਹਜ਼ਾਰਾਂ ਵੇਸ਼ਵਾਵਾਂ, ਸੈਂਕੜੇ ਵੇਸ਼ਵਾਵਾਂ ਕਿਸ਼ਤੀਆਂ 'ਚ ਚੜ੍ਹਾ ਲਈਆਂ। ਜਿਹੜੀ ਬੇੜੀਆਂ ਦਰਿਆ ਜਮਨਾ ਵਿੱਚ ਤੁਰਦੀਆਂ ਨਾ, ਉਹ ਜਮਨਾ ਦੇ ਵਿੱਚ ਚੜ੍ਹਾ ਲਈਆਂ ਹਨ, ਬੇੜੀਆਂ ਵਿੱਚ। ਜਮਨਾ ਕੇ ਪ੍ਰਵਾਹ ਮੈਂ ਜਾਏ। ਤੇ ਜਿੱਥੇ ਜਮਨਾ ਦਾ ਪਾਣੀ ਤੇਜ਼ ਜਾ ਰਿਹਾ ਸੀ, ਗਹਿ ਗਹਿ ਸਗਰੀ ਦਈ ਡੁਬਾਏ, ਉੱਥੇ ਚੁੱਕ ਕੇ ਸੁੱਟ ਦਿੱਤੀਆਂ ਸਾਰੀਆਂ ਵੇਸ਼ਵਾਵਾਂ ਵਿਚਾਰੀਆਂ। ਔਰੰਗਜ਼ੇਬ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਮਾਰ ਦਿੱਤੀਆਂ ਸੀਗੀਆਂ ਦਿੱਲੀ ਸ਼ਹਿਰ ਵਿੱਚ। ਜਮਨਾ ਨਾਲ ਹੀ ਵਗਦੀ ਹੈ ਨਾ, ਦਿੱਲੀ ਦੇ ਲਾਲ ਕਿਲ੍ਹੇ ਦੇ ਨਾਲ ਹੀ ਜਮਨਾ ਵਗਦੀ 2-3 ਮੀਲ 'ਤੇ। ਉੱਥੇ ਲਿਆ ਕੇ ਜਮਨਾ 'ਚ ਸਿੱਟੀਆਂ ਸਾਰੀਆਂ ਤੇ ਰੋੜ ਦਿੱਤੀਆਂ। ਹਾਹਾਕਾਰ ਪੁਰੀ ਮਹਿ ਹੋਵਾ। ਸਾਧ ਸੰਗਤ ਜੀ, ਦਿੱਲੀ ਸ਼ਹਿਰ ਦੇ ਵਿੱਚ ਹਾਹਾਕਾਰ ਮਚ ਗਈ, ਚੀਕ ਝਾੜਾ ਮਚ ਗਿਆ। ਕਿਉਂਕਿ ਉਹ ਜਿਹੜੀਆਂ ਵੇਸ਼ਵਾਵਾਂ ਸਨ, ਭਾਵੇਂ ਉਹਨਾਂ ਦਾ ਕੋਈ ਉਸ ਤਰ੍ਹਾਂ ਰਿਸ਼ਤੇਦਾਰ ਸੱਜਣ ਮਿੱਤਰ ਨਾ ਵੀ ਹੋਵੇ, ਫਿਰ ਵੀ ਜਿਹੜੇ ਲੋਕ ਜਾਣਦੇ ਆ, ਜਿਹੜੇ ਉਹਨਾਂ ਕੋਲ ਜਾਂਦੇ ਆ, ਜਿਹੜੇ ਉਹਨਾਂ ਨੂੰ ਪ੍ਰੇਮ ਕਰਦੇ ਆ, ਜਿਹੜੇ ਉਹਨਾਂ ਦਾ ਗਾਣਾ ਗੀਤ ਸੁਣਦੇ ਆ, ਉਹਨਾਂ ਨੂੰ ਤਾਂ ਦੁੱਖ ਲੱਗਿਆ। ਉਹ ਵੀ ਹਾਹਾਕਾਰ ਕਰਨ ਲੱਗ ਪਏ। ਕਈ ਉੱਦਾਂ ਵੀ ਸਿਆਣੇ ਬੰਦੇ, ਉਹ ਕਹਿੰਦੇ ਵੀ ਕਾਹਨੂੰ ਮਾਰਨੀਆਂ ਸੀਗੀਆਂ। ਸਾਰੇ ਸ਼ਹਿਰ ਦੇ ਵਿੱਚ ਹਾਹਾਕਾਰ ਮਚ ਗਈ। ਇਹ ਦੁਰਮਤ ਕੁਲ ਕੋ ਜਸ ਖੋਵਾ। ਕਹਿੰਦੇ ਔਰੰਗਜ਼ੇਬ ਬੜਾ ਪਾਪੀ ਹੈ, ਇਹ ਆਪਣੀ ਕੁਲ ਦਾ ਨਾਸ ਕਰ ਲੇਗਾ, ਇਹ ਮੁਗਲਿਆ ਖਾਨਦਾਨ ਨੂੰ ਖਤਮ ਕਰੇਗਾ, ਇਹਨੇ ਆਪਣੀ ਕੁਲ ਦਾ ਜਸ ਖਤਮ ਕਰ ਲੈਣਾ ਹੈ। ਜਾਂ ਤਾਂ ਇਹ ਕਹਿੰਦਾ ਵੀ ਜਿੰਨੀਆਂ ਵੇਸ਼ਵਾਵਾਂ ਨੇ ਉਹ ਆਪਣੇ ਘਰ ਬਹਿ ਕੇ ਭਾਈ ਗੁਜ਼ਾਰਾ ਕਰੋ, ਅਸੀਂ ਗੁਜ਼ਾਰੇ ਜੋਗੀ ਰੋਟੀ ਸਰਕਾਰੀ ਤੌਰ 'ਤੇ ਖਰਚਾ ਦਿਆਂਗੇ। ਖਰਚਾ ਵੀ ਨਹੀਂ ਦਿੱਤਾ, ਕਹਿੰਦਾ ਕੰਮ ਛੱਡ ਦਿਓ। ਉਹ ਕਹਿੰਦੇ ਕੰਮ ਤੇ ਛੱਡ ਦਈਏ, ਖਾਈਏ ਕਿੱਥੋਂ, ਜਾਈਏ ਕਿੱਥੇ, ਰਹੀਏ ਕਿੱਥੇ, ਸਾਡਾ ਸਹਾਰਾ ਕੀ ਹੈ? ਕਹਿੰਦਾ ਮੈਂ ਦੱਸਦਾ ਤੁਹਾਨੂੰ ਸਹਾਰਾ। ਚੁੱਕ ਕੇ ਨਦੀ 'ਚ ਮਾਰੀਆਂ, ਚੁੱਕ ਕੇ ਸਾਰੀਆਂ ਰੋੜਤੀਆਂ। ਕਰ ਮਾਤ ਕੁਛ ਸੋ ਇੱਕ ਪੀਰ। ਸੋ ਸਾਧ ਸੰਗਤ ਜੀ, ਦਿੱਲੀ ਦੇ ਵਿੱਚ ਇੱਕ ਕੋਈ ਪੀਰ ਮੁਸਲਮਾਨ ਸੀਗਾ, ਜਿਹਦੇ ਕੋਲ ਕਹਿੰਦੇ ਕਾਫੀ ਕਰਾਮਾਤ ਸੀ, ਕੋਈ ਰਿੱਧੀਆਂ ਸਿੱਧੀਆਂ ਵਾਲਾ, ਸ਼ਕਤੀ ਵਾਲਾ। ਇਹ ਜਿਹੜੀ ਸਾਧ ਸੰਗਤ ਜੀ ਬੰਦਗੀ ਹੈ ਨਾ, ਇਹ ਬੰਦਗੀ ਕਈ ਵਾਰੀ ਤਾਂ ਰੱਬ ਕੋਲ ਲੈ ਜਾਂਦੀ ਹੈ ਅਤੇ ਕਦੀ ਬੰਦੇ ਨੂੰ ਰਿੱਧੀਆਂ ਸਿੱਧੀਆਂ ਦੇ ਚੱਕਰ 'ਚ ਪਾ ਦਿੰਦੀ ਹੈ। ਕਰਾਮਾਤੀ ਲੋਕ ਵੀ ਹੁੰਦੇ ਹੈ ਮੁਸਲਮਾਨਾਂ ਵਿੱਚ ਬਹੁਤ ਜ਼ਿਆਦਾ। ਕਾਲਾ ਇਲਮ, ਚਿੱਟਾ ਇਲਮ, ਲਾਲ ਇਲਮ, 3 ਤਰ੍ਹਾਂ ਦਾ ਇਲਮ ਮੰਨਦੇ ਆ। ਲਾਲ ਇਲਮ ਮੰਨਦੇ ਆ ਜਿਹੜਾ ਕਿਸੇ ਦਾ ਭਲਾ ਕਰਨਾ ਹੋਵੇ, ਕਿਸੇ ਦਾ ਕੰਮ ਸਵਾਰਨਾ ਹੋਵੇ। ਕਾਲਾ ਇਲਮ ਉਹ ਹੁੰਦਾ ਜਿਹੜਾ ਕਿਸੇ ਦਾ ਨੁਕਸਾਨ ਕਰਨਾ ਹੋਵੇ। ਇਹੋ ਜਿਹਾ ਮੰਤਰ ਕਲਾਮ ਪੜ੍ਹੋ ਵੀ ਅਗਲਾ ਘਰ ਬੈਠਾ ਹੀ ਮਾਰਿਆ ਜਾਵੇ,
ਉਹਦਾ ਨੁਕਸਾਨ ਹੋ ਜੇ, ਐਕਸੀਡੈਂਟ ਹੋ ਜੇ, ਉਹਨੂੰ ਬਿਮਾਰੀ ਲੱਗ ਜੇ, ਉਹਦੇ ਘਰ ਅੱਗ ਲੱਗ ਜੇ, ਉਹਦੀ ਕੋਈ ਲੱਤ ਬਾਂਹ ਟੁੱਟ ਜੇ, ਇਹਨੂੰ ਕਹਿੰਦੇ ਕਾਲਾ ਇਲਮ। ਇਹਦੇ ਬੜੇ ਅੱਗੇ ਰੂਪ ਨੇ। ਲਾਲ ਇਲਮ ਹੈ ਵੀ ਕਿਸੇ ਦਾ ਭਲਾ ਹੋਵੇ, ਕਿਸੇ ਦਾ ਫਾਇਦਾ ਹੋਵੇ, ਉਹ ਵੀ ਹੈ। ਚਿੱਟਾ ਇਲਮ ਹੈ ਜਿਹੜਾ ਉਹ ਕਹਿੰਦੇ ਵੀ ਰੱਬ ਨੂੰ ਮਿਲਾਵੇ, ਜਿਵੇਂ ਕੁਰਾਨ ਦੀ ਬਾਣੀ ਪੜ੍ਹੋ ਖੁਦਾ ਨੂੰ ਮਿਲਣ ਵਾਸਤੇ, ਉਹ ਚਿੱਟਾ ਇਲਮ ਹੋ ਗਿਆ। ਕੁਰਾਨ ਦੀ ਕਲਾਮ ਪੜ੍ਹੋ ਕਿਸੇ ਦਾ ਭਲਾ ਕਰਨ ਲਈ, ਲਾਲ ਇਲਮ ਹੋ ਗਿਆ। ਕੁਰਾਨ ਦੀ ਬਾਣੀ ਪੜ੍ਹੋ ਕਿਸੇ ਦਾ ਸੱਤਿਆਨਾਸ਼ ਕਰਨ ਲਈ, ਕਾਲਾ ਇਲਮ ਹੋ ਗਿਆ। ਤੋ ਇਹ 3 ਤਰ੍ਹਾਂ ਦਾ ਇਲਮ ਜਿਹੜਾ ਹੈ ਉਹ ਵਰਤਦੇ ਹੈ। ਕੋਈ ਐਸਾ ਪੀਰ ਸੀ ਜਿਹਦੇ ਕੋਲ ਰਿੱਧੀਆਂ ਸਿੱਧੀਆਂ ਬੜੀਆਂ ਸਨ। ਤਿਸ ਟਿਕ ਗਈ ਵੇਸ਼ੀਨ ਪੀਰ। ਸਾਰੀਆਂ ਵੇਸ਼ਵਾਵਾਂ ਜਿਹੜੀਆਂ ਬੱਚੀਆਂ ਖੁਚੀਆਂ ਸਨ, ਕਿਉਂਕਿ ਦਿੱਲੀ ਦੇ ਵਿੱਚ ਹਜ਼ਾਰਾਂ ਸਨ, ਲੱਖਾਂ ਸਨ, ਸਾਰੀਆਂ ਤਾਂ ਮਾਰੀਆਂ ਨਾ ਗਈਆਂ। ਉਹਨੇ ਜਿੰਨੀਆਂ ਕਿ ਨਦੀ 'ਚ ਡੋਬੀਆਂ ਡੁੱਬ ਗਈਆਂ, ਕੁਝ ਰਿੜਦੀਆਂ ਖੁੜਦੀਆਂ ਉਰਾਂ ਪਾਰ ਲੰਘੀਆਂ ਵਿਚਾਰੀਆਂ, ਕੋਈ ਡੋਬਤੀਆਂ ਮਾਰਤੀਆਂ। ਜਿਹੜੀਆਂ ਬੱਚੀਆਂ ਖੁਚੀਆਂ ਸਾਰੀਆਂ ਉਸ ਪੀਰ ਕੋਲ ਗਈਆਂ ਬ੍ਰਿਥਾ ਆਪਣੀ ਸਕਲ ਸੁਨਾਈ। ਤੇ ਉਸ ਪੀਰ ਦੇ ਕੋਲ ਜਾ ਕੇ ਆਪਣਾ ਰੋਣਾ ਰੋਇਆ ਉਹਨਾਂ ਨੇ। ਕਹਿਣ ਲੱਗੀਆਂ, ਪੀਰ ਸਾਈਂ ਅਸੀਂ ਵੇਸ਼ਵਾਵਾਂ ਹਾਂ, ਸਾਡਾ ਕੰਮ ਜਿਹੜਾ ਹੈ ਉਹ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ, ਸਮਾਜ ਦਾ ਇੱਕ ਅੰਗ ਆ, ਭਾਵੇਂ ਮਾੜਾ ਹੀ ਆ, ਅਤੇ ਸਾਨੂੰ ਖੁਦਾ ਨੇ, ਅੱਲਾ ਨੇ ਜਿੱਦਾਂ ਦੀ ਰੋਜੀ ਦਿੱਤੀ ਹੈ, ਸਾਡੇ ਕਰਮ ਲਿਖੇ ਹੈ, ਉੱਦਾਂ ਅਸੀਂ ਗੁਜ਼ਾਰਾ ਕਰਦੀਆਂ। ਇਹ ਬਾਦਸ਼ਾਹ ਔਰੰਗਜ਼ੇਬ ਸਾਨੂੰ ਮਾਰ ਰਿਹਾ ਹੈ, ਕਹਿੰਦਾ ਜਾਂ ਤਾਂ ਕੰਮ ਬੰਦ ਕਰੋ ਜਾਂ ਮਾਰ ਦਿਆਂਗਾ। ਹੁਣ ਕੰਮ ਬੰਦ ਕਰੀਏ ਤੇ ਖਾਈਏ ਕਿ? ਸਾਡਾ ਤਾਂ ਕੋਈ ਰਿਸ਼ਤੇਦਾਰ ਰਿਹਾ ਨਹੀਂ, ਕਿਉਂਕਿ ਸਾਨੂੰ ਸਮਾਜ ਨੇ, ਸਮਾਜ ਦੀ ਗੰਦੀ ਸੋਚ ਨੇ ਇਸ ਪਾਸੇ ਸੁੱਟਿਆ ਹੈ। ਕਿਉਂਕਿ ਸਾਧ ਸੰਗਤ ਜੀ, ਵੇਸ਼ਵਾਵਾਂ ਬਣਦੀਆਂ ਜਿਹੜੀਆਂ, ਅਕਸਰ ਆਪਾਂ ਕਿਸੇ ਕਹਾਣੀਆਂ ਪੜ੍ਹਦੇ ਹਾਂ, ਸ਼ੌਂਕ ਨਾਲ ਨਹੀਂ ਕੋਈ ਬਣਦੀ। ਕੋਈ ਹੋਵੇਗੀ, ਕੋਈ ਬਹੁਤੇ ਮਾੜੇ ਕਰਮ ਪਿਛਲੇ ਜਨਮ ਦੇ ਹੋਣ, ਉਹ ਆਪਣੇ ਸ਼ੌਂਕ ਨਾਲ ਇਸ ਕਰਮ 'ਚ ਪਵੇ। ਜ਼ਿਆਦਾਤਰ 90% ਦੇਖਿਆ ਨੌਜਵਾਨ ਗਰੀਬ ਲੜਕੀਆਂ ਨੂੰ ਵਰਗਲਾ ਕੇ ਦੂਜੇ ਮੁਲਕਾਂ 'ਚ ਲਿਆਉਂਦੇ ਹੈ, ਸ਼ਹਿਰਾਂ 'ਚ ਲਿਆਉਂਦੇ ਹੈ, ਕੰਮ ਦਵਾਵਾਂਗੇ, ਆਹ ਕਰਾਂਗੇ। ਉਹ ਗਰੀਬੀ ਦੇ ਕਾਰਨ ਵਿਚਾਰੀਆਂ, ਮਜਬੂਰੀ ਦੇ, ਫਿਰ ਉਸ ਕਈ ਤਰੀਕੇ ਨਾਲ ਉਹਨਾਂ ਨੂੰ ਉਸ ਕੰਮ 'ਚ ਪਾਇਆ ਜਾਂਦਾ ਹੈ। ਅਤੇ ਜਿਹੜੀਆਂ ਹੁਣ ਉਸ ਚਿੱਕੜ 'ਚ ਫਸ ਜਾਂਦੀਆਂ, ਉਹਨਾਂ ਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ। ਉਹ ਕਹਿੰਦੀਆਂ ਵੀ ਅਸੀਂ ਕਿੱਥੇ ਜਾਈਏ ਹੁਣ। ਉਹ ਪੀਰ ਦੇ ਅੱਗੇ ਉਹਨਾਂ ਨੇ ਆਪਣਾ ਰੋਣਾ ਰੋਇਆ ਜਾ ਕੇ ਦਿੱਲੀ ਵਿੱਚ। ਇਹ ਨਾ ਰੰਗ ਬਾਦੀ ਦੁਖਦਾਈ। ਕਹਿਣ ਕਹਿਣ ਲੱਗੀਆਂ, ਸੰਤ ਮਹਾਂਪੁਰਸ਼ੋ, ਪੀਰ ਜੀ, ਇਹ ਔਰੰਗਜ਼ੇਬ ਜਿਹੜਾ ਹੈ ਇਹ ਬੜਾ ਬਾਦੀ ਹੈ, ਝਗੜਾਲੂ ਹੈ, ਦੁਖਦਾਈ ਹੈ। ਇਹਨੇ ਨਵਾਂ ਹੀ ਕਾਨੂੰਨ ਇਹਦੇ ਪਿਓ ਨੇ ਨਹੀਂ ਕੀਤਾ, ਇਹਦੇ ਦਾਦੇ ਨੇ ਨਹੀਂ ਕੀਤਾ, ਇਹਦੇ ਪੜਦਾਦੇ ਨੇ ਨਹੀਂ ਇੱਦਾਂ ਕੀਤਾ। ਵੱਡੇ ਵੱਡੇ ਰਾਜੇ, ਮਹਾਰਾਜੇ, ਬਾਦਸ਼ਾਹ ਹੋ ਗਏ ਪਾਂਡਵਾਂ ਦੇ ਸਮੇਂ ਤੋਂ, ਕਦੀ ਵੇਸ਼ਵਾਵਾਂ ਦਾ ਕੰਮ ਕਿਸੇ ਨੇ ਬੰਦ ਨਹੀਂ ਕੀਤਾ। ਠੀਕ ਹੈ, ਉਹਦੇ ਲਈ ਕਾਨੂੰਨ, ਮਰਜ਼ਾਦਾ, ਲਾਭ ਬਣੇ ਹਨ। ਜਦੋਂ ਕੌਟਲਿਆ ਨੇ ਅਰਥ ਸ਼ਾਸਤਰ ਲਿਖਿਆ ਹੈ, ਅੱਜ ਤੋਂ ਕੋਈ 2300 ਸਾਲ ਹੋ ਗਏ, ਉਹਦੇ ਵਿੱਚ ਉਹਨੇ ਸਾਰੇ ਸਮਾਜ ਦੀਆਂ, ਸਾਰੇ ਵਪਾਰ, ਬਿਜ਼ਨਸ, ਕਾਰੋਬਾਰ, ਫੌਜਾਂ ਦੇ ਲੈਣ ਦੇਣ, ਸਾਰੀ ਮਰਿਆਦਾ ਲਿਖੀ ਹੈ। ਉਹਨੇ ਵੇਸ਼ਵਾ ਬਿਰਤੀ ਬਾਰੇ ਵੀ ਲਿਖਿਆ ਹੈ ਉਹਨੇ, ਪਰ ਉਹਦੇ ਨਿਯਮ ਲਿਖੇ ਹੋਏ, ਮਰਿਆਦਾ ਲਿਖੀ ਹੈ ਵੀ ਇਸ ਤਰ੍ਹਾਂ ਇਹਨਾਂ ਦੀ ਮਰਿਆਦਾ ਹੈ, ਇਹਨਾਂ ਦਾ ਵੀ ਨਿਯਮ ਹੈ। ਅਤੇ ਉਸ ਨਿਯਮ ਵਿੱਚ ਰਹਿ ਕੇ ਅਸੀਂ ਸਮਾਜ ਵਿੱਚ ਵਿਚਰਦੀਆਂ ਹਾਂ। ਅਤੇ ਇਹ ਕਹਿੰਦਾ ਬਿਲਕੁਲ ਬੰਦ ਕਰ ਦਿਓ, ਅਸੀਂ ਕਿੱਥੇ ਜਾਈਏ। ਇਸ ਤੇ ਰੱਛਿਆ ਕਰੋ ਹਮਾਰੀ। ਹੇ ਪੀਰ ਸਾਈਂ, ਇਸ ਜ਼ਾਲਮ ਤੋਂ ਸਾਡਾ ਖਹਿੜਾ ਛੁਡਾਓ, ਸਾਡੀ ਰੱਖਿਆ ਕਰੋ। ਨਾਹਿ ਤਾਂ ਨਾ ਸਹ ਸਭ ਇੱਕ ਬਾਰੀ। ਨਹੀਂ ਤੇ ਸਾਨੂੰ ਮਾਰ ਤਾਂ ਇਹਨੇ ਦੇਣਾ ਹੀ ਹੈ, ਅਸੀਂ ਆਪ ਹੀ ਮਰਨ ਨੂੰ ਤਿਆਰ ਹਾਂ। ਸਾਨੂੰ ਤਾਂ ਆਪ, ਅਸੀਂ ਮੌਤ ਨੂੰ ਉਡੀਕਦੀਆਂ ਵੀ ਆਵੇ ਤੇ ਮਰੀਏ, ਕਿਉਂਕਿ ਅਸੀਂ ਜ਼ਿੰਦਗੀ ਥੋੜ੍ਹਾ ਜੀ ਰਹੀਆਂ ਕੋਈ। ਪਰ ਕਰੀਏ ਕੀ ਹੁਣ, ਕੋਈ ਚਾਰਾ ਨਹੀਂ ਹੈ। ਸਮਾਜ ਜਿਹੜਾ ਹੈ, ਇੱਕ ਵਾਰੀ ਜੇ ਕੋਈ ਵੇਸ਼ਵਾ ਬਣ ਜਾਵੇ, ਉਹਨੂੰ ਨਾ ਕੋਈ ਮਾਂ ਜੀ ਕਵੇ, ਨਾ ਭੈਣ ਜੀ ਕਵੇ, ਨਾ ਬੇਟਾ ਕਵੇ, ਅਤੇ ਨਾ ਕੋਈ ਪਤਨੀ ਬਣਾ ਕੇ ਰਾਜੀ ਹੈ। 4 ਹੀ ਔਰਤ ਦੇ ਮਰਦ ਨਾਲ ਰਿਸ਼ਤੇ ਹਨ। ਸਮਾਜ ਨਾਲ ਔਰਤ ਦੇ 4 ਹੀ ਰਿਸ਼ਤੇ ਨੇ, ਜਾਂ ਮਾਂ ਹੈ, ਜਾਂ ਭੈਣ ਹੈ, ਜਾਂ ਧੀ ਹੈ, ਅਤੇ ਚੌਥੇ ਨੰਬਰ 'ਤੇ ਜਿਹੜਾ ਪਤਨੀ ਹੈ। ਇਹ 5ਵਾਂ ਇੱਕ ਵੱਖਰਾ ਹੀ ਕਿਸਮ ਦਾ ਰਿਸ਼ਤਾ ਵੇਸ਼ਵਾ ਦਾ, ਜਿਸ ਨੂੰ ਜਦੋਂ ਇਸ ਪਾਸਿਓਂ ਵੇਖਦਾ ਹੈ ਬੰਦਾ, ਫਿਰ ਉਹ ਦਰਜਾ ਨਾ ਮਾਂ ਦਾ ਦੇਵੇ, ਨਾ ਭੈਣ ਦਾ, ਨਾ ਧੀ ਦਾ, ਨਾ ਪਤਨੀ ਦਾ। ਹੁਣ ਅਸੀਂ ਕਿੱਥੇ ਜਾਈਏ। ਸੁਨਤ ਪੀਰ ਕੇ ਕਰੁਣਾ ਆਈ। ਉਹ ਪੀਰ ਨੇ ਇਹਨਾਂ ਵਿਚਾਰੀਆਂ ਵੇਸ਼ਵਾਵਾਂ ਦਾ ਰੋਣਾ ਪਿੱਟਣਾ ਸੁਣਿਆ ਤੇ ਮਨ ਵਿੱਚ ਦਇਆ ਆ ਗਈ। ਗਾਵਨ ਮਹਿਦਿਆ ਖਿਆਲ ਬਣਾਈ। ਉਹ ਗਵਈਆ ਸੀ ਬੜਾ ਤਗੜਾ, ਖਿਆਲ ਲਿਖਦਾ ਸੀ। ਖਿਆਲ ਜਿਵੇਂ ਮਹਾਰਾਜ ਨੇ ਲਿਖਿਆ ਨਾ, ਖਿਆਲ ਪਾਤਸ਼ਾਹੀ 10ਵੀਂ, ਇਹ ਰਾਗ ਹੈ ਇੱਕ ਖਿਆਲ, ਇਹ ਗਾਣ ਦੀ ਸ਼ੈਲੀ ਹੈ। ਉਹਨੇ ਇੱਕ ਖਿਆਲ ਰਚਿਆ ਅਤੇ ਉਹਨਾਂ ਨੂੰ ਦਿੱਤਾ ਵੀ ਇਹ ਗਾਣਾ ਹੈ ਤੁਸੀਂ, ਅਤੇ ਗਾਣਾ ਲਾਲ ਕਿਲ੍ਹੇ ਦੇ ਕੋਲ ਜਾ ਕੇ ਹੈ,
ਹਾਂਜੀ। ਗਾਵਹੁ ਜਾਏ ਦੁਰਗ ਪਿਛਵਾਰੇ। ਤੇ ਕਿਲੇ ਦੇ ਪਿਛਲੇ ਪਾਸੇ, ਜਿੱਧਰ ਕਦੀ ਲਾਲ ਕਿਲੇ ਦੇ ਅੰਦਰ ਜਾ ਕੇ ਦੇਖੋ ਨਾ, ਅਗਲੇ ਪਾਸੇ ਦਾ ਬੜਾ ਵੱਡਾ, ਮੇਰਾ ਖਿਆਲ 50-60 ਫੁੱਟ ਉੱਚੀ ਫਸੀਲ ਹੈ ਅਗਲੇ ਪਾਸੇ, ਚਾਂਦਨੀ ਚੌਂਕ ਵਾਲੇ ਪਾਸੇ। ਤੇ ਪਿਛਲੇ ਪਾਸੇ ਛੋਟੀ ਫਸੀਲ ਹੈ, ਉੱਥੇ ਤਾਂ ਸਾਹਮਣੇ ਦਿਸਦੇ ਮਹਿਲ ਬਾਦਸ਼ਾਹ ਦੇ, ਮੋਤੀ ਮਹਿਲ, ਮੋਤੀ ਮਸਜਿਦ ਹੈ, ਤੇ ਦੀਵਾਨੇ ਆਮ ਹੈ, ਦੀਵਾਨੇ ਖਾਸ ਹੈ, ਬਾਦਸ਼ਾਹ ਦੇ ਰਹਿਣ ਸਹਿਣ ਦਾ ਸਾਰਾ ਉੱਥੇ। ਅਜੇ ਵੀ ਅਸੀਂ ਤਾਂ ਕਈ ਵਾਰੀ ਜਾ ਕੇ ਅੰਦਰ ਦੇਖਿਆ ਹੈ ਲਾਲ ਕਿਲੇ ਦੇ। ਸੋ ਉਹ ਪਿਛਲੇ ਪਾਸਿਓਂ ਆਵਾਜ਼ ਅੰਦਰ ਜਾਂਦੀ ਬਾਦਸ਼ਾਹ ਕੋਲ। ਸਾਰੀਆਂ ਵੇਸ਼ਵਾਵਾਂ ਨੂੰ ਕਿਹਾ ਵੀ ਤੁਸੀਂ ਕਿਲੇ ਦੇ ਪਿਛਲੇ ਬੰਨੇ ਜਾ ਕੇ ਗਾਣਾ ਹੈ। ਸੁਨਨੋ ਰੰਗ ਤੁਮ ਕੋ ਨਹਿ ਮਾਰੇ। ਔਰੰਗਜ਼ੇਬ ਤੁਹਾਨੂੰ ਕੁਝ ਨਹੀਂ ਕਹੇਗਾ, ਤੁਹਾਡਾ ਖਿਆਲ ਸੁਣੇਗਾ, ਤੁਹਾਡਾ ਗਾਣਾ ਸੁਣੇਗਾ, ਪਰ ਤੁਸੀਂ ਡਰਨਾ ਨਹੀਂ, ਬੇਝੱਕ ਹੋ ਕੇ ਗਾਣਾ ਹੈ, ਤੇ ਉਹ ਸੁਣ ਕੇ ਤੁਹਾਨੂੰ ਮਾਰੇਗਾ ਨਹੀਂ। ਆਗਿਆ ਪਾਏ ਸਿੱਖ ਕਰ ਆਈ। ਇਹ ਸਾਰੀਆਂ ਵੇਸ਼ਵਾਵਾਂ ਉਸ ਪੀਰ ਤੋਂ ਸਿੱਖ ਕੇ ਆਈਆਂ, ਤੇ ਲਾਲ ਕਿਲੇ ਦੇ ਪਿਛਲੇ ਬੰਨੇ ਖਲੋ ਕੇ ਇਹਨਾਂ ਨੇ ਆਪਣਾ ਗੀਤ ਗਾਣਾ ਗਾਇਆ ਸ਼ੁਰੂ ਕੀਤਾ। ਮਿਲ ਬੇਸ਼ਵਾ ਹੋਇਆ ਕਹਿ ਸਮੁਦਾਈ। ਸਾਰੀਆਂ ਵੇਸ਼ਵਾਵਾਂ, ਬੁੱਢੀਆਂ ਵੀ ਸਨ ਵਿੱਚ, ਜਵਾਨ ਵੀ ਸਨ, ਨੌਜਵਾਨ ਬੱਚੀਆਂ ਵੀ ਸਨ। ਉਹ ਸਾਰੀਆਂ ਸੁਰੀਲੇ ਗਲੇ ਦੇ ਨਾਲ ਗਾਣ ਲੱਗੀਆਂ ਹਨ। ਜਹ ਕੀ ਧੁਨ ਸੁਨ ਨੌ ਰੰਗ ਕਾਨ। ਔਰੰਗਜ਼ੇਬ ਦੇ ਕੰਨਾਂ ਵਿੱਚ ਉਹਨਾਂ ਵੇਸ਼ਵਾਵਾਂ ਦਾ ਗਾਣਾ ਪਹੁੰਚਿਆ। ਤਹਾਂ ਜਾਏ ਉੱਚੇ ਕਰ ਗਾਨ। ਉੱਚੇ ਉੱਚੇ ਗਾ ਰਹੀਆਂ ਸਨ ਉਹ। ਔਰੰਗਜ਼ੇਬ ਗਾਣੇ ਦੇ ਵੀ ਬੜਾ ਖਿਲਾਫ ਸੀਗਾ। ਇਹਨੇ ਸਾਰੇ ਗਵਈਆਂ ਦੇ ਸਾਜ਼ ਵੀ ਇੱਕ ਵਾਰੀ ਕਹਿੰਦੇ ਗਵਈ ਰਾਗ ਉੱਤੇ ਪਾਬੰਦੀ ਲਾਤੀ ਸੀ। ਕਹਿੰਦਾ ਕਿਸੇ ਨੇ ਰਾਗ ਨਹੀਂ ਗਾਣਾ, ਕਿਸੇ ਨੇ ਕੋਈ ਸਾਜ਼ ਨਹੀਂ ਵਜਾਣਾ, ਕੋਈ ਰਾਗ ਨਹੀਂ ਗਾਣਾ। ਸਾਰੇ ਗਵਈਏ ਜਿਹੜੇ ਬੜੇ ਬੜੇ ਗੰਧਰਵ ਸਨ, ਮੁਸਲਮਾਨ ਵੀ ਸਨ, ਹਿੰਦੂ ਵੀ ਸਨ, ਉਹ ਇਕੱਠੇ ਹੋਏ। ਉਹਨਾਂ ਨੇ ਬੜੇ ਮਿੰਤਰਲੇ ਕੀਤੇ। ਕੋਈ ਸੁਣਦਾ ਕੌਣ ਸੀਗਾ? ਇੱਕ ਉਹਨਾਂ ਨੇ ਜਨਾਜ਼ਾ ਬਣਾ ਲਿਆ, ਜਿਵੇਂ ਕੋਈ ਮੋਢਿਆਂ 'ਤੇ ਮੰਜੀ ਚੁੱਕ ਕੇ ਮੁਰਦੇ ਨੂੰ ਸਾੜਨ ਦੱਬਣ ਜਾਂਦੇ ਨੇ। ਇੱਦਾਂ ਉਹਨਾਂ ਨੇ ਆਪਣੀਆਂ ਸਤਾਰਾਂ, ਵਾਜੇ, ਤਬਲੇ ਉੱਤੇ ਰੱਖ ਲਏ ਅਤੇ ਉਹ ਤੁਰ ਪਏ। ਉੱਤੇ ਉਹਨਾਂ ਨੇ ਚਾਦਰ ਪਾ ਲਈ ਅਤੇ ਤੁਰੇ ਜਾਂਦੇ, ਜਿਵੇਂ ਅਫਸੋਸ ਕਰਦੇ, ਹਾਏ ਹਾਏ ਕਰਦੇ, ਰੋਂਦੇ ਹੋਏ ਬੈਰਾਗ ਦੇ ਵਿੱਚ। ਸਾਰੇ ਗਵਈਏ ਕਹਿੰਦੇ ਜਦੋਂ ਲਾਲ ਕਿਲੇ ਦੇ ਸਾਹਮਣੇ ਉਹ ਲੰਘੇ, ਔਰੰਗਜ਼ੇਬ ਕਹਿੰਦਾ ਇਹ ਕੌਣ ਮਰ ਗਿਆ? ਉਹਨਾਂ ਨੇ ਆਖਿਆ ਹਜ਼ੂਰ ਤੁਹਾਡੇ ਰਾਜ ਵਿੱਚ ਰਾਗ ਮਰ ਗਿਆ। ਉਹਨਾਂ ਦੇ ਕਹਿਣ ਦਾ ਮਤਲਬ ਸੀ ਵੀ ਤਰਸ ਕਰੇਗਾ, ਕੋਈ ਸਾਡੀ ਗੱਲ ਸੁਣੇਗਾ। ਕਹਿੰਦਾ ਹਜ਼ੂਰ, ਉਹ ਕਹਿੰਦੇ ਰਾਗ ਮਰ ਗਿਆ ਤੁਹਾਡੇ ਰਾਜ ਵਿੱਚ। ਕਹਿੰਦਾ ਇਸ ਕਾਫਰ ਨੂੰ ਡੂੰਘਾ ਦੱਬਿਆ ਜੇ ਤਾਂ ਕਿ ਕਿਤੇ ਬਾਹਰ ਨਾ ਨਿਕਲ ਆਵੇ, ਇਹਦੀ ਕਬਰ ਡੂੰਘੀ ਪੁੱਟਿਆ ਜੇ, ਛੇਤੀ ਬਾਹਰ ਨਾ ਆ ਜਾਵੇ। ਪਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਅਨੰਦਪੁਰ ਸਾਹਿਬ ਵਿੱਚ ਕਹਿਣ ਲੱਗੇ ਔਰੰਗਜ਼ੇਬ ਕਿਸੇ ਦੀ ਕੀ ਤਾਕਤ ਹੈ ਰਾਗ ਨੂੰ ਖਤਮ ਕਰ ਦੇਵੇ। ਜਿਸ ਰਾਗ ਵਿੱਚ ਬਾਬੇ ਨਾਨਕ ਦੀ ਬਾਣੀ ਗਾਈ ਗਈ ਹੈ ਉਹ ਰਾਗ ਮਾਰ ਹੀ ਨਹੀਂ ਸਕਦਾ। ਸੱਚੇ ਪਾਤਸ਼ਾਹ ਨੇ 600 ਰਾਗ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋ ਗ੍ਰੰਥ ਵਿੱਚ ਲਿਖੇ। 600 ਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਮੁੱਖ ਅਤੇ 31 ਰਾਗ ਉਪ ਮੰਨੇ ਗਏ, 62 ਰਾਗ ਹਨ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਰਾਗ ਹਨ। ਸ੍ਰੀ ਸਰਬਲੋ ਤਾਂ ਰਾਗਾਂ ਦਾ ਗੁਲਦਸਤਾ ਹੀ ਕਰ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਗਵਈਏ ਰਾਗੀ ਰਾਗ ਵੀ ਗਾਣਗੇ, ਜਿੰਨੀਆਂ ਤੂੰ ਪਾਬੰਦੀਆਂ ਲਾਈਆਂ ਸਾਰੀਆਂ ਤੋੜ ਦਿਆਂਗਾ। ਔਰੰਗਜ਼ੇਬ ਕਹਿੰਦਾ ਸੀ ਹਿੰਦੂ ਇੱਕ ਘੋੜੇ 'ਤੇ ਨਹੀਂ ਚੜ੍ਹ ਸਕਣਗੇ। ਮਹਾਰਾਜ ਕਹਿੰਦੇ ਮੇਰਾ ਖਾਲਸਾ ਸੋਏ ਜੋ ਚੜ੍ਹਾ ਤੁਰੰਗ। ਕਹਿੰਦੇ ਸਿਰ ਦੇ ਉੱਤੇ ਟੋਪੀ ਪਾਣੀ ਪੈ ਗਈ, ਪੱਗ ਨਹੀਂ ਬੰਨ੍ਹ ਸਕਦੇ। ਮਹਾਰਾਜ ਕਹਿੰਦੇ ਉੱਚੇ ਉੱਚੇ ਦੁਮਾਲੇ ਸਜਾ ਦੇਂਗੇ। ਬਾਬਾ ਦੀਪ ਸਿੰਘ ਦੇ ਦੁਮਾਲੇ 'ਤੇ 13 ਚੱਕਰ ਲੱਗਦੇ ਸੀਗੇ। ਉਹ ਕਿਉਂ ਲੱਗਦੇ ਸੀ? ਵੀ ਔਰੰਗਜ਼ੇਬ ਦਾ ਚੈਲੰਜ ਸੀ ਵੀ ਛੋਟੀ ਜਿਹੀ ਟੋਪੀ ਪਾ ਸਕਦੇ ਹੋ, ਪੱਗ ਨਹੀਂ ਬੰਨ੍ਹ ਸਕਦੇ, ਉੱਚੇ ਉੱਚੇ ਦੁਮਾਲੇ ਸਜਾ ਦਿਆਂਗਾ। ਕਹਿੰਦਾ ਮੇਰੇ ਰਾਜ ਵਿੱਚ ਮੁਸਲਮਾਨਾਂ ਦਾ ਬਣਿਆ ਹੋਇਆ ਹਲਾਲੀ ਦਾ ਮਾਸ ਹੀ ਖਾਣਾ ਪਏਗਾ, ਹਿੰਦੂ ਝਟਕਾ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਖਾਲਸਾ ਸ਼ਰੇਆਮ ਕਰੇਗਾ, ਤੂੰ ਰੋਕ ਕੇ ਵਿਖਾਈ। ਸਿੰਘ ਸ਼ਿਕਾਰ ਵੀ ਖੇਡਣਗੇ, ਝਟਕਾ ਵੀ ਕਰਨਗੇ, ਲੰਗਰਾਂ ਵਿੱਚ ਵਰਤਾਵਾਂਗੇ। ਹਜ਼ੂਰ ਕਲਗੀਧਰ ਪਾਤਸ਼ਾਹ ਦੇ ਉਹ ਸ਼ਰਤ ਵੀ ਜਿਹੜੀ ਸੀ ਤੋੜ ਦਿੱਤੀ। ਅਤੇ ਫਿਰ ਕਹਿੰਦਾ ਹਿੰਦੂ ਢੋਲ ਨਗਾਰਾ ਨਹੀਂ ਵਜਾ ਸਕਦੇ। ਮਹਾਰਾਜ ਕਹਿੰਦੇ ਸਾਡੇ ਰਣਜੀਤ ਨਗਾਰੇ ਹਰ ਵੇਲੇ ਖੜਕਣਗੇ। ਇਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗੇ ਦੀਆਂ ਸਾਰੀਆਂ ਜਿਹੜੀਆਂ ਲਾਈਆਂ ਪਾਬੰਦੀਆਂ ਤੋੜ ਦਿੱਤੀਆਂ ਸਨ। ਸਤਿ ਸ੍ਰੀ ਅਕਾਲ। ਸੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦਾ ਹੁੰਦੇ ਨਾ
ਤੇ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਕਵੀ ਜੀ ਨੇ ਲਿਖਿਆ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ, ਦੇਵੀ ਦੇਵ ਦਿਓ ਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨ ਹੋਤੀ, ਜੋ ਪੈ ਕਰੁਣਾ ਨਿਦਾਨ ਕੀ। ਸੱਚੇ ਪਾਤਸ਼ਾਹ ਮਹਾਰਾਜ ਨੇ ਨਕਸ਼ਾ ਬਦਲਿਆ। ਔਰੰਗਜ਼ੇਬ ਤਾਂ ਕੁਝ ਹੋਰ ਹੀ ਕਰਨਾ ਚਾਹੁੰਦਾ ਸੀ, ਸੋ ਉਸ ਨੇ ਰਾਗ ਉੱਤੇ ਪਾਬੰਦੀ ਲਾਤੀ ਸੀ, ਉਸ ਨੇ ਧਰਮ ਦੀਆਂ ਹੋਰ ਚੀਜ਼ਾਂ ਉੱਤੇ ਪਾਬੰਦੀ ਲਾਤੀ, ਸਮਾਜ ਦੀਆਂ ਰੀਤਾਂ ਰਸਮਾਂ 'ਤੇ ਪਾਬੰਦੀ ਲਾਤੀ। ਅਤੇ ਵੇਸ਼ਵਾਵਾਂ ਵਿਚਾਰੀਆਂ ਉਸ ਫਕੀਰ ਕੋਲੋਂ ਇੱਕ ਖਿਆਲ ਲੈ ਕੇ ਆਈਆਂ ਹਨ। ਪੀਰ ਬਨਾਵਟ ਮਨ ਮਹਿ ਜਾਨ। ਉਹ ਗਾਣ ਲੱਗੀਆਂ ਅਤੇ ਔਰੰਗਜ਼ੇਬ ਦੀ ਜਾਗ ਖੁੱਲ੍ਹੀ। ਉਹਨੇ ਆਖਿਆ, ਕੌਣ ਗਾਉਂਦੀਆਂ ਨੇ? ਕਹਿੰਦੇ ਵੇਸ਼ਵਾਵਾਂ ਗਾਉਂਦੀਆਂ ਨੇ। ਇਹ ਤਾਂ ਪੀਰ ਦੀ ਬਾਣੀ ਹੈ। ਹਾਂ, ਇਹ ਪੀਰ ਫਲਾਣੇ ਪੀਰ ਕੋਲੋਂ ਲੈ ਕੇ ਆਈਆਂ ਨੇ। ਜਦੋਂ ਇਹ ਜਾਣਿਆ ਵੀ ਉਹ ਪੀਰ ਨੂੰ ਇਹ ਮੰਨਦਾ ਸੀ, ਉਸ ਪੀਰ ਦਾ ਕੁਝ ਇਹ ਮੁਰੀਦ ਸੀਗਾ, ਕਿਉਂਕਿ ਕਈ ਪੀਰਾਂ ਨੂੰ ਮੰਨਦਾ ਸੀਗਾ। ਜਿਵੇਂ ਇਹਦੀ ਅਖੀਰਲੀ ਜਿਹੜੀ ਵਸੀਅਤ ਹੈ, ਉਹਦੇ ਵਿੱਚ ਇਹਨੇ ਲਿਖਿਆ ਵੀ ਜਿਹੜਾ ਔਰੰਗਾਬਾਦ ਦੌਲਤਾਬਾਦ ਦੇ ਕਿਲੇ ਦੇ ਕੋਲ ਪੀਰ ਦਾ ਮਜ਼ਾਰ ਹੈ, ਉਹ ਜਿਹੜਾ ਮਜ਼ਾਰ ਹੈ ਸਾਧ ਸੰਗਤ ਜੀ, ਔਰੰਗਜ਼ੇਬ ਤੋਂ 400 ਸਾਲ ਪੁਰਾਣਾ ਹੈ। ਯਾਨੀ ਕਿ 1707 ਵਿੱਚ ਇਹਦੀ ਮੌਤ ਹੋਈ ਹੈ। ਉਹ ਕੋਈ ਪੀਰ 12ਵੀਂ 13ਵੀਂ ਸਦੀ 'ਚ ਹੋਇਆ। ਫਰੀਦ ਜੀ ਦਾ ਸਮਕਾਲੀ ਹੋਇਆ, ਉਸੇ ਸਿਲਸਿਲੇ ਦਾ ਹੋਇਆ, ਫਰੀਦ ਜੀ ਦੇ ਸਿਲਸਿਲੇ ਦਾ। ਉਹਦੀ ਨਾਂ ਦਾਸ ਨੂੰ ਮਾੜਾ ਮੋਟਾ ਭੁੱਲਦਾ ਪਿਆ। ਉਹਦੀ ਕਬਰ ਹੈ ਉੱਥੇ ਔਰੰਗਾਬਾਦ 'ਚ। ਇਹਨੇ ਕਿਹਾ ਵੀ ਉਹਦੇ ਚਰਨਾਂ 'ਚ ਮੈਨੂੰ ਦਫਨਾਇਆ ਜੇ। ਉਹਦੀ ਕਬਰ ਇੱਦਾਂ ਜਿਵੇਂ ਮਹਾਰਾਜ ਦਾ ਪ੍ਰਕਾਸ਼ ਇੱਥੇ ਤੇ ਇੰਨੀ ਕੁ ਦੂਰ ਤੇ ਨਾਲ ਇਹਦੀ ਕਬਰ ਹੈ ਔਰੰਗੇ ਦੀ। ਮੇਨ ਉਹ ਕਬਰ ਹੈ ਵੱਡੇ ਪੀਰ ਦੀ, ਇਹਦੀ ਤਾਂ ਛੋਟੀ ਜਿਹੀ ਬਣੀ ਹੋਈ ਹੈ। ਸੋ ਇਹ ਕੁਝ ਪੀਰਾਂ ਨੂੰ ਮੰਨਦਾ ਸੀ। ਉਸੇ ਸਿਲਸਿਲੇ ਦਾ ਉਹ ਪੀਰ ਹੋਵੇਗਾ ਜਿਹਨੇ ਇਹਨਾਂ ਨੂੰ ਵੇਸ਼ਵਾਵਾਂ ਨੂੰ ਗੀਤ ਗਾਣਾ ਬਣਾ ਕੇ ਦਿੱਤਾ। ਉਹਦੀ ਬਨਾਵਟ ਜਾਣ ਕੇ ਹੁਕਮ ਸ਼ਾਹ ਨੇ ਕੀਨ ਬਖਾਨ। ਔਰੰਗੇ ਨੇ ਹੁਕਮ ਦਿੱਤਾ, ਜੇ ਤਿਸ ਕੀ ਮਰਜੀ ਹੈ ਐਸੇ। ਕਹਿੰਦੇ ਅੱਛਾ ਜੀ, ਉਹ ਪੀਰ ਇਹਨਾਂ ਦੀ ਮਦਦ ਕਰਦਾ ਹੈ, ਉਹ ਪੀਰ ਦੀ ਇਹ ਮਰਜ਼ੀ ਹੈ ਵੀ ਨਾ ਵੇਸ਼ਵਾਵਾਂ ਨੂੰ ਨਾ ਖਤਮ ਕਰੀਏ। ਹਮ ਨਹ ਕਰਹਿ ਕਰਹੁ ਕ੍ਰਿਤ ਤੈਸੇ। ਠੀਕ ਹੈ, ਫਿਰ ਜਿਵੇਂ ਕਰਦੀਆਂ ਕਰੀ ਜਾਓ ਤੁਸੀਂ, ਅਸੀਂ ਨਹੀਂ ਰੋਕਦੇ। ਇੱਦਾਂ ਫਿਰ ਇਹਨਾਂ ਨੇ ਵੇਸ਼ਵਾਵਾਂ ਦਾ ਜਾਨ ਛੱਡੀ ਸੀ, ਨਹੀਂ ਤੇ ਸਾਰੀਆਂ ਵੇਸ਼ਵਾਵਾਂ ਦੀ ਜਾਨ ਕੁੜਕੀ 'ਚ ਫਸੀ ਹੋਈ ਸੀ। ਪੀਰ ਹੁਕਮ ਕੋ ਕਬ ਨਾ ਹਟਾਵਾ। ਕਹਿੰਦਾ ਮੈਂ ਆਪਣੇ ਪੀਰ ਦਾ ਹੁਕਮ ਤੇ ਨਹੀਂ ਮੋੜ ਸਕਦਾ। ਤੁਸੀਂ ਪੀਰ ਦੀ ਸਿਫਾਰਿਸ਼ ਲੈ ਕੇ ਆ ਗਈਆਂ ਹੋ। ਵੈਸੇ ਮੈਂ ਤੁਹਾਨੂੰ ਬੰਦ ਕਰਨਾ ਸੀ ਇਸ ਕੰਮ ਤੋਂ, ਪਰ ਠੀਕ ਹੈ, ਹੁਣ ਤੁਸੀਂ ਕਰੀ ਚੱਲੋ। ਜਿਸ ਅੱਗੇ ਮੈਂ ਸੀਸ ਨਿਵਾਵਾ। ਜਿਹੜੇ ਪੀਰ ਅੱਗੇ ਮੈਂ ਸਿਰ ਝੁਕਾਉਂਦਾ ਹਾਂ, ਉਹਦਾ ਹੁਕਮ ਮੈਂ ਨਹੀਂ ਮੋੜਨਾ ਚਾਹੁੰਦਾ। ਇਮ ਸੁਣ ਕੇ ਬੇਸ਼ਵਾ ਹਰ ਖਾਏ। ਇਹ ਸੁਣ ਕੇ ਵੇਸ਼ਵਾਵਾਂ ਖੁਸ਼ ਹੋਈਆਂ ਵੀ ਚਲੋ ਸਾਡੀ ਜਾਨ ਬਚੀ ਹੈ, ਸਾਡਾ ਕੰਮਕਾਰ। ਕਿਉਂਕਿ ਹਰ ਇੱਕ ਬੰਦੇ ਦੀ ਰੋਜੀ ਰੋਟੀ ਪ੍ਰਮਾਤਮਾ ਨੇ ਕਿਸੇ ਨਾ ਕਿਸੇ ਢੰਗ ਨਾਲ ਬਣਾਈ ਹੁੰਦੀ ਹੈ, ਅਤੇ ਉਹ ਇੱਕਦਮ ਉਸ ਚੀਜ਼ ਨੂੰ ਛੱਡ ਕੇ ਦੂਜੇ ਕੰਮ ਵਿੱਚ ਪੈਣਾ ਔਖਾ ਹੁੰਦਾ ਹੈ। ਨਾਲੇ ਕੁਝ ਸਮਾਜ ਦੀਆਂ ਇਹੋ ਜਿਹੀਆਂ ਮਾਨਤਾਵਾਂ ਧਾਰਨਾਵਾਂ ਹੁੰਦੀਆਂ, ਚੰਗੀਆਂ ਵੀ ਹੁੰਦੀਆਂ, ਮਾੜੀਆਂ ਵੀ ਹੁੰਦੀਆਂ। ਇਹ ਸਮਾਜ ਵਿੱਚ ਸਾਰਾ ਕੁਝ ਚੰਗਾ ਨਹੀਂ ਹੁੰਦਾ, ਸਾਰਾ ਕੁਝ ਚੰਗਾ ਨਹੀਂ ਹੁੰਦਾ। ਜੇ ਆਪਾਂ ਕਹੀਏ ਚੰਗਾ ਹੀ ਹੋਵੇ ਮਾੜਾ ਹੋਵੇ ਨਾ, ਮਹਾਰਾਜ ਨੇ ਬਾਣੀ 'ਚ ਲਿਖ ਦਿੱਤਾ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਸੰਸਾਰ ਰੂਪੀ ਬੂਟੇ ਨੂੰ ਦੋ ਤਰ੍ਹਾਂ ਦੇ ਫਲ ਨੇ, ਬਿਖ ਅੰਮ੍ਰਿਤ ਕਰਤਾਰ ਉਪਾਏ। ਇੱਕ ਪਾਸੇ ਕੌੜੇ ਨੇ, ਇੱਕ ਪਾਸੇ ਮਿੱਠੇ ਨੇ, ਇੱਕ ਪਾਸੇ ਜ਼ਹਿਰ ਹੈ, ਇੱਕ ਪਾਸੇ ਅੰਮ੍ਰਿਤ ਹੈ। ਇਸੇ ਸੰਸਾਰ ਦੇ ਵਿੱਚ ਹੈ, ਬਾਹਰ ਤਾਂ ਨਹੀਂ। ਅਤੇ ਜੇ ਆਪਾਂ ਕਹੀਏ ਨਹੀਂ ਅਸੀਂ ਜ਼ਹਿਰ ਖਤਮ ਹੀ ਕਰ ਦੇਣਾ। ਜਨਮੇਜਾ ਰਾਜਾ ਕਹਿਣ ਲੱਗਾ ਮੈਂ ਦੁਨੀਆ ਦੇ ਸੱਪ ਰਹਿਣ ਹੀ ਨਹੀਂ ਦੇਣੇ, ਸੱਪ ਖਤਮ ਕਰ। ਮੇਰਾ ਪਿਓ ਮਾਰਿਆ ਸੱਪਾਂ ਨੇ, ਉਹਨੇ ਲੱਖਾਂ ਸੱਪ ਮਾਰ ਦਿੱਤੇ, ਵੱਡੇ ਵੱਡੇ ਛੋਟੇ ਛੋਟੇ, ਪਰ ਫਿਰ ਵੀ ਖਤਮ ਨਹੀਂ ਕਰ ਸਕਿਆ। ਅੱਜ ਵੀ ਸੱਪ ਜਿਉਂਦੇ ਹੈ। ਵੇਸ਼ਵਾਵਾਂ ਅੱਜ ਵੀ ਸਾਰੀ ਦੁਨੀਆ ਵਿੱਚ ਹਨ, ਭਾਵੇਂ ਮਾੜਾ ਕੰਮ ਹੈ। ਮੰਨ ਲਓ ਸੱਪ ਵੀ ਸਾਧ ਸੰਗਤ ਜੀ ਸਾਡੇ ਲਈ ਮਾੜਾ ਹੈ। ਸਾਡੇ ਲਈ ਸੱਪ ਸਾਡੇ ਘਰ ਆ ਜਾਵੇ, ਚੀਕ ਝਾੜਾ ਪਾ ਦਿਆਂਗੇ, ਹਾਏ ਸੱਪ ਆ ਗਿਆ। ਪਰ ਸੱਪਣੀ ਕੋਲ ਜਾਵੇ ਅਤੇ ਸੱਪ ਉਹਨੂੰ ਵੇਖ ਕੇ ਉਹਨੂੰ ਚਾਹ ਚੜ੍ਹ ਜਾਂਦਾ ਵੀ ਮੇਰਾ ਪਤੀ ਆ ਗਿਆ। ਉਹਦੇ ਲਈ ਤਾਂ ਮਾੜਾ ਨਹੀਂ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਬਣਾਈ ਹੋਈ ਰਚਨਾ 'ਚ ਕੀ ਮਾੜਾ ਹੈ ਕੀ ਚੰਗਾ, ਵਾਹਿਗੁਰੂ ਜਾਣਦਾ। ਆਖੋ ਸ੍ਰੀ ਵਾਹਿਗੁਰੂ।
ਸਾਡੇ ਹਿਸਾਬ ਨਾਲ ਵੇਸ਼ਵਾ ਮਾੜੀ ਹੈ, ਪਰ ਨਹੀਂ, ਵਾਹਿਗੁਰੂ ਦੀ ਖੇਡ ਨੂੰ, ਪਰਮੇਸ਼ਰ ਦੀ ਖੇਡ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ। ਆਖੋ ਸ੍ਰੀ ਵਾਹਿਗੁਰੂ। ਉਹ ਵੀ ਤਾਂ ਉਹਦੀ ਹੁਕਮ ਦੀ ਖੇਡ ਚੱਲ ਰਹੀ ਹੈ ਨਾ ਸਾਰੇ ਪਾਸੇ। ਬੁਰਾ ਭਲਾ ਸੰਸਾਰ ਉਹਨੇ ਦੋ ਤਰ੍ਹਾਂ ਦਾ ਬਣਾਇਆ। ਭਲਾਈ ਦੀ ਪਛਾਣ ਬੁਰਾਈ ਨਾਲ ਹੀ ਹੁੰਦੀ ਹੈ। ਸੂਰਜ ਦਾ ਪ੍ਰਕਾਸ਼ ਹੁੰਦਾ, ਸਾਰੇ ਮੱਥਾ ਟੇਕਦੇ, ਚੜ੍ਹਦੇ ਸੂਰਜ ਨੂੰ ਸਲਾਮਾਂ ਤਾਂ ਕਰਦੇ ਆ ਜੇ ਹਨੇਰਾ ਹੁੰਦਾ ਤਾਂ। ਜੇ ਹਨੇਰਾ ਨਾ ਹੋਵੇ ਤੇ ਸੂਰਜ ਦੀ ਰੋਸ਼ਨੀ ਨੂੰ ਕੋਈ ਸਲਾਮ ਨਾ ਕਰੇ। ਭਲਾਈ ਦੀ, ਚੰਗਿਆਈ ਦੀ ਉਸਤਤ ਹੁੰਦੀ ਹੈ। ਇੱਕ ਸੁਹਾਗਣ ਧਰਮ ਦੇ ਵਿੱਚ ਪੱਕੀ ਰਹਿਣ ਵਾਲੀ, ਆਪਣੇ ਪਤੀ ਨਾਲ ਪਿਆਰ ਕਰਨੀ ਵਾਲੀ ਪਤੀ ਵਰਤਾ ਦੀ ਇੱਜ਼ਤ ਤਾਂ ਹੁੰਦੀ ਹੈ ਜੇ ਇਸ ਦੁਨੀਆ ਤੇ ਦੁਹਾਗਣਾ, ਵਿਭਚਾਰਨਾ, ਵੇਸ਼ਵਾਵਾਂ ਵੀ ਹੁੰਦੀਆਂ ਨੇ। ਆਖੋ ਸ੍ਰੀ ਵਾਹਿਗੁਰੂ। ਤੇ ਮਹਾਰਾਜ ਨੇ ਬਾਣੀ 'ਚ ਲਿਖਤਾ, ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਬਿਖੇ ਕੋ ਉਹ ਸਿਮਰੇ ਹਰ ਨਾ। ਫਰਕ ਹੈ ਨਾ। ਦਸਮ ਪਾਤਸ਼ਾਹ ਦੀ ਬਾਣੀ ਵਿੱਚ ਵੀ ਜਿਹੜੇ ਚਰਿੱਤਰ ਲਿਖੇ ਸਤਿਗੁਰਾਂ ਨੇ, ਉਹਨਾਂ ਦੇ ਵਿੱਚ ਮਾਂਗ ਸਵਾਰਨ ਵਾਲੀਆਂ ਦਾ ਵੀ ਜ਼ਿਕਰ ਕੀਤਾ, ਜਿਹੜੇ ਬਿਖੇ ਵਿਸ਼ੇ ਪਈਆਂ ਨੇ, ਤੇ ਜਿਹੜੀਆਂ ਨਾਮ ਜਪਣ ਵਾਲੀਆਂ ਉਹਦਾ ਜ਼ਿਕਰ ਵੀ ਕੀਤਾ। ਅਸੀਂ ਦੋ ਇੱਕ ਪੰਕਤੀਆਂ ਪੜ੍ਹ ਲੈਂਦੇ ਹਾਂ ਵਿੱਚੋਂ, ਤੇ ਸਾਰਾ ਜੀ ਦਸਮ ਪਾਤਸ਼ਾਹ ਦੀ ਬਾਣੀ ਕੰਡੈਮ ਕਰ ਦਿਓ। ਉਹ ਸਮਝਦੇ ਤਾਂ ਹੈ ਨਹੀਂ ਵੀ ਉਹ ਗੱਲਾਂ ਕਿਹੜੇ ਕਨਸੈਪਟ 'ਚ ਕਹੀਆਂ ਨੇ। ਪੂਰਾ ਗ੍ਰੰਥ ਦੇਖਣਾ, ਪੜ੍ਹਨਾ। ਸਾਧ ਸੰਗਤ ਜੀ, ਜੇ ਸ੍ਰੀ ਦਸਮ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਸਹੀ ਮਾਇਨਿਆਂ 'ਚ ਪੜ੍ਹਨਾ ਹੋਵੇ ਨਾ, ਸਹੀ ਮਾਇਨਿਆਂ 'ਚ ਪੜ੍ਹਨਾ ਹੋਵੇ ਤਾਂ 25-30 ਸਾਲ ਪਹਿਲਾਂ ਪੜ੍ਹਨਾ ਪੈਂਦਾ, ਹੋਰ ਬੜਾ ਕੁਛ। ਫਿਰ ਉਹ ਲੈਵਲ ਬਣਦਾ ਪੜ੍ਹਨ ਵਾਲਾ। ਜੇ ਕੋਈ ਕਹੇ ਵੀ ਪਹਿਲੇ ਦਿਨ ਹੀ ਮੈਂ ਪੜ੍ਹ ਲਾਂਗਾ, ਇੱਕ ਦੋ ਪੰਕਤੀਆਂ ਪੜ੍ਹ ਕੇ ਅਰਥ ਦਾ ਅਨਰਥ ਕਰ ਦੇਗਾ, ਉਹ ਪੂਰੇ ਸਿਧਾਂਤ ਨੂੰ ਨਹੀਂ ਸਮਝ ਸਕਦਾ। ਇਸ ਤਰ੍ਹਾਂ ਦੇ ਬਚਨ ਹਨ। ਇਹ ਗੱਲਾਂ ਸਮਾਜ ਵਿੱਚ ਬੜੇ ਠਰੰਮੇ ਨਾਲ, ਧੀਰਜ ਨਾਲ, ਹੌਲੇ ਬਹਿ ਕੇ ਸਮਝਣ ਵਾਲੀਆਂ ਹਨ ਵੀ ਕਿਹੜੀ ਚੀਜ਼ ਦਾ ਨੁਕਸਾਨ ਹੈ, ਕਿਹੜੀ ਚੀਜ਼ ਦਾ ਫਾਇਦਾ ਹੈ। ਜਿਹੜੀ ਚੀਜ਼ ਦਾ ਫਾਇਦਾ ਉਹਦਾ ਵੀ ਨੁਕਸਾਨ ਹੁੰਦਾ। ਮਿੱਠਾ ਬੜੀ ਚੰਗੀ ਚੀਜ਼ ਹੈ, ਪਰ ਜ਼ਿਆਦਾ ਖਾ ਲਓ ਸ਼ੂਗਰ ਹੋ ਜਾਂਦਾ। ਤੇ ਸਾਧ ਸੰਗਤ ਜੀ, ਜ਼ਹਿਰ ਕਿਸੇ ਚੰਗੇ ਹਕੀਮ ਦੇ ਹੱਥ ਆ ਜਾਏ, ਦਵਾਈ ਬਣਾ ਦਿੰਦਾ। ਆ ਬੜੀਆਂ ਬੜੀਆਂ ਖਤਰਨਾਕ ਬਿਮਾਰੀਆਂ ਦੀ ਦਵਾਈਆਂ ਜ਼ਹਿਰ ਤੋਂ ਬਣਦੀਆਂ ਨੇ। ਉਹ ਜ਼ਹਿਰ ਉਸ ਜ਼ਹਿਰ ਨੂੰ ਮਾਰ ਦਿੰਦਾ ਹੈ, ਦਵਾਈ ਬਣ ਗਈ। ਜੇ ਜ਼ਹਿਰ ਸਿੱਧਾ ਖਾ ਲਓ ਤੇ ਫਿਰ ਉਂਝ ਪਾਰ ਬੋਲਦਾ ਬੰਦਾ। ਇਹ ਚੀਜ਼ਾਂ ਸਾਰੀਆਂ ਸਾਨੂੰ ਬਜ਼ੁਰਗਾਂ ਨੇ, ਗੁਰੂਆਂ ਨੇ, ਸੰਤਾਂ ਨੇ, ਰਿਸ਼ੀਆਂ ਨੇ, ਮੁਨੀਆਂ ਨੇ, ਅਵਤਾਰਾਂ ਨੇ, ਭਗਤਾਂ ਨੇ ਸਮਝਾਈਆਂ। ਉਹਨਾਂ ਨੇ ਆਪਣੇ ਨੋਟਿਸ ਗ੍ਰੰਥਾਂ 'ਚ ਲਿਖ ਦਿੱਤੇ ਵੀ ਅਗਲਾ ਸਮਾਜ ਵੀ ਕੁਝ ਇਸ ਤੋਂ ਸਿੱਖ ਲਵੇ। ਪਰ ਅੱਜ ਸਿੱਖਣ ਵਾਲਾ ਖਾਨਾ ਖਾਲੀ ਹੈ ਤੇ ਸਭ ਰੌਲਾ ਹੀ ਪਾਉਣ ਵਾਲੇ ਹਨ। ਇਸ ਕਰਕੇ ਸੰਸਾਰ ਦਾ ਅੰਤ ਨੇੜੇ ਆ ਰਿਹਾ ਹੈ। ਕਈ ਵਾਰੀ ਇੱਦਾਂ ਲੱਗਦਾ ਵੀ ਸਮਾਜ ਆਪਣੀ ਤਬਾਹੀ ਵੱਲ ਜਾ ਰਿਹਾ, ਬਰਬਾਦੀ ਵੱਲ ਜਾ ਰਿਹਾ। ਜਿੱਧਰ ਅਸੀਂ ਤੁਰ ਪਏ ਹਾਂ ਨਾ, ਇਹ ਸਾਧ ਸੰਗਤ ਜੀ ਚੰਗਾ ਰਸਤਾ ਨਹੀਂ ਹੈ। ਅੱਗੇ ਕੀ ਹੋਵੇਗਾ ਉਹ ਵਾਹਿਗੁਰੂ ਜਾਣਦਾ। ਸੱਚੇ ਪਾਤਸ਼ਾਹ ਕਿਰਪਾ ਕਰਨ। ਉਹਨਾਂ ਵੇਸ਼ਵਾਵਾਂ ਨੂੰ ਔਰੰਗਜ਼ੇਬ ਨੇ ਫਿਰ ਛੱਡਿਆ ਸੀ। ਅੱਗੇ ਆਪਾਂ ਉਹਨਾਂ ਬੇਨਵੇਂ ਫਕੀਰਾਂ ਦੀ, ਜਿਹੜੇ ਸੂਫੀ ਸੰਤ ਹੁੰਦੇ ਹੈ, ਉਹਨਾਂ ਦੀ ਕਥਾ ਸੁਣਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।